सा। बंदा बार बार जग सा। जिसमें अमृत ज्ञान है माणक भगत बैराग। श्री गुरु ग्रंथ साहिब उदद बंदों कर राग। एक ओंकार सतगुरु ते प्रसाद सच। वाहिगुरु जी की फतेह विघ्न विनाशन। वाहिगुरु जी की फतेह विघ्न विनाशन। सतनाम श्री वाहिगुरु साहिब जी दोहरा। श्री गुरु चरण सरोज को समझ हाज के पाए। बिघ्न उदत ते पार पा त्यावत सहज सुभाए। वाहिगुरु जी का खालसा वाहिगुरु जी की फतेह। आओ सारे रल के पहला रोज किसानां दे संघर्ष की कामयाबी वास्ते 1-2 मिनट गुरमंत्र का जाप करिए। सतनाम वाहिगुरु 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 वाहिगुरु। पतित पावन भगत वत्सल करुणा निधान अंतरजामी सर्व शक्तियां दे मालिक राजान राज भानान भान देवान देव महान पीरो मुर्शद कामल दो जहान दे वाली सरवरे कायनात कमाले करामात हजूरे अनबर सांझे रहबर साहिब श्री गुरु ग्रंथ साहिब जी महाराज पातशाह जी की पावन पवित्र हजूरी। धन धन साहिब बाबा जोरावर सिंह साहिब जी धन धन साहिब बाबा फतेह सिंह साहिब जी धन धन माता गुजर कौर जी। शहीदों के महान पवित्र शहीदी स्थानां ते शहीदों की कत्लगाह से क्या है बेहतर काबा। शहीदों की खाक पे तो खुदा भी कुर्बान होता है। धन गरीब नवाज अमर शहीदों के महान पवित्र स्थान के उपर दीवान सजे हुए ने। सजे दीवाना विच नेमिया प्रेमिया तीरथ यात्रियां ने गुरबाणी का रस भिन्ना कीर्तन सरवण करके लाह प्राप्त किया है। लड़ीवार पावन कथा विचार सरवण करके लाह प्राप्त करिए। पंजवीं रुत की संपूर्णता हो गई है ते हुण जो 6वीं रुत है उहदी प्रारंभता करन लगे ने। प्रेम और सत्कार दे समेत आओ 6वीं रुत की जो पावन कथा की प्रारंभता है सरवण करके लाह प्राप्त करिए। एक बार गुरु चरणों च सारे हाजिर हो जाइए। सारे गुरु चरणों च हाजिरी लवाओ। आखो जी सतनाम
ਸਾਹਿਬ ਜੀ ਫਿਰ ਆਖੋ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਹਰਾ ਸ੍ਰੀ ਗੁਰੂ ਚਰਨ ਸਰੋਜ ਕੋ ਸਮਝ ਹਾਜ ਕੇ ਪਾਏ। ਇਹ 6ਵੀਂ ਰੁੱਤ ਪ੍ਰਾਰੰਭ ਹੋਈ ਆ। 6ਵੀਂ ਰੁੱਤ ਦੀ ਜੇ ਪ੍ਰਾਰੰਭਤਾ ਮੰਗਲਾਚਰਨ ਹੈ ਤੇ ਮੰਗਲਾਚਰਨ ਤੋਂ ਹੀ ਕਥਾ ਜਿਹੜੀ ਹੈ ਸ਼ੁਰੂ ਹੁੰਦੀ ਆ। ਰੁੱਤ ਦੀ ਪ੍ਰਾਰੰਭਤਾ ਤੇ ਪਹਿਲਾਂ ਆਦ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਵਸਤੂ ਨਿਰਦੇਸ਼ਕ ਮੰਗਲ ਬੀਜ ਮੰਤਰ ਇੱਥੇ ਉਚਾਰਨ ਕੀਤਾ ਹੋਇਆ ਹੈ। ਇਹ ਪੜੋ ਜੀ। ਓੰਕਾਰ ਇੱਕ ਅਦੁੱਤੀ ਸਰੂਪ ਬ੍ਰਹਮ ਹੈ, ਉਹ ਇੱਕੋ ਹੀ ਆ। ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ। ਨਾਮ ਅਨੇਕਾਂ ਨੇ, ਰੂਪ ਅਨੇਕਾਂ ਨੇ, ਗੁਣਾਂ ਦਾ ਅੰਤ ਕੋਈ ਨਹੀਂ। ਪਰਮੇਸ਼ਰ ਪਾਰ ਬ੍ਰਹਮ ਬੇਅੰਤ ਹੈ ਇੱਕੋ ਹੀ। ਇਸ ਕਰਕੇ ਤੇ ਆਸ਼ਚਰਜਤਾ ਹੈ ਜੋ ਇੱਕ ਗਿਣਤੀ ਦਾ ਲਿਖਿਆ ਹੋਇਆ ਹੈ ਤੇ ਜਿਹੜਾ ਗਿਣਤੀ ਦਾ ਅੱਖਰ ਇੱਕ ਹੈ ਉਹ ਆਪਣਾ ਅੰਗ ਕਦੇ ਨਹੀਂ ਜੇ ਬਦਲਦਾ ਹੁੰਦਾ, ਉਹਦਾ ਅਰਥ ਕਦੇ ਨਹੀਂ ਬਦਲਦਾ। ਇਸ ਕਰਕੇ ਇੱਕ ਜੇ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਲਿਖਦੀ ਹੈ ਪੜ੍ਹਨ 'ਚ ਉਹਨੂੰ ਵੀ ਇੱਕ ਹੀ ਪੜ੍ਹਦੇ ਆ। ਜੇ ਈੜੀ ਨੂੰ ਸਿਹਾਰੀ ਲਿਖ ਕੇ ਕੱਕੇ ਨੂੰ ਔਂਕੜ ਪਾ ਦਈਏ ਪੜ੍ਹੀਦਾ ਉਹ ਵੀ ਇੱਕ ਹੀ ਆ। ਈੜ ਨੂੰ ਸਿਹਾਰੀ ਪਾ ਕੇ ਕੱਕਾ ਕੱਲਾ ਮੁਕਤ ਲਿਖ ਦਈਏ ਹੈ ਉਹ ਵੀ ਇੱਕ ਹੀ ਆ। ਪਰ ਮੁੜ ਕੇ ਜੇ ਇੱਦਾਂ ਇੱਕ ਲਿਖ ਦਿੰਦੇ ਤੇ ਸ਼ੰਕਾਵਾਦੀ ਨੇ ਕਹਿਣਾ ਸੀ ਵੀ ਤੁਹਾਡੇ ਤਾਂ ਇੱਕ ਦੇ ਵਿੱਚ ਹੀ ਅਨੇਕਤਾ। ਇਸ ਵਾਸਤੇ ਸਾਰੇ 63 ਕਿਸਮ ਦੇ ਭੇਦ ਪਏ ਸਨਗੇ। ਓੰਕਾਰ ਉਚਾਰਨ ਦੇ ਗੁਰੂ ਸਾਹਿਬ ਜੀ ਨੇ ਇੱਕ ਲਿਖ ਕਰਕੇ ਸਾਰੇ ਮਿਟਾ ਦਿੱਤੇ ਨੇ। ਇੱਥੇ ਇੱਕ ਤਾਂ ਮੈਥ ਦੀ ਲਿਪੀ ਵਰਤੀ, ਇੱਕ ਅੱਖਰ ਦੀ ਲਿਪੀ ਵਰਤੀ, ਇੱਕ ਵਸਤੂ ਜਿਹੜੀ ਸੰਕੇਤ ਲਿਪੀ ਜਿਹਨੂੰ ਕਹਿੰਦੇ ਹਨ ਇਹ ਵੀ ਇਹਦੇ ਵਿੱਚ ਵਰਤੀ ਹੋਈ। ਇਹ ਸਾਰੇ ਮਾਤਰ ਬਹੁਤ ਜ਼ਿਆਦਾ ਕੁਝ ਦੱਸਿਆ ਹੋਇਆ ਹੈ। ਤਾਂ ਕਰਕੇ ਇੱਕ ਅਦੁੱਤੀ ਸਰੂਪ ਬ੍ਰਹਮ ਇੱਕ ਹੀ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ। ਓੰਕਾਰ ਉਤਪਤੀ ਦਾ ਕਾਰਨ ਹੈ। ਓੰਕਾਰ ਉਤਪਤੀ ਕੀਆ ਦਿਨਸ ਕੀਆ ਰਾਤੀ। ਸਭ ਕੁਝ ਓੰਕਾਰ ਤੋਂ ਹੀ ਉਤਪਤ ਹੋਇਆ, ਗੁਰਮਤਿ ਦੇ ਵਿੱਚ ਮੰਨਦੇ ਆ। ਤੇ ਇਸ ਤਰ੍ਹਾਂ ਇਹ ਏਕ ਵਾਉ ਪਸਾਉ ਵਿੱਚ ਨਿਰੰਕਾਰ ਆਕਾਰ ਬਣਾਇਆ ਭਾਈ ਸਾਹਿਬ ਦਾ ਕਹਿਣਾ। ਇੱਕੋ ਹੀ ਮਹਾਵਾਕ ਦੇ ਅਨੁਸਾਰ ਨਿਰੰਕਾਰ ਨੇ ਆਕਾਰ ਇੱਕ ਤੋਂ ਜਦੋਂ ਮੈਂ ਬਹੁਤੇ ਹੋਆਂ ਦਾ ਫੁਰਨਾ ਬਣਿਆ, ਫਿਰ ਜਾ ਕਰਕੇ ਓੰਕਾਰ ਤੋਂ ਪਸਾਰਾ ਬਣ ਗਿਆ ਸਾਰਾ ਹੀ। ਤਾਂ ਕਰਕੇ ਓੰਕਾਰ ਉਚਾਰਨ ਮਾਤਰ ਸੇ ਰੱਖਿਆ ਕਰਨੇ ਵਾਲਾ। ਓੰਕਾਰ ਉਤਪਤੀ ਦਾ ਕਾਰਨ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਹੈ ਤੇ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਿੰਨਾ ਵੀ ਇਹ ਪ੍ਰਕਾਸ਼ ਹੋ ਰਿਹਾ 6 ਜੋਤਾਂ ਮੰਨੀਆਂ ਨੇ। ਪ੍ਰਤੱਖ ਦੀਵਿਆ ਬੱਤੀ ਬਾਲ ਕੇ ਵੀ ਇੱਕ ਜੋਤ ਹੁੰਦੀ ਆ। ਇੱਕ ਜਿਹੜਾ ਹੈ ਸੂਰਜ ਚੰਦਰਮਾ ਤਾਰਿਆਂ ਦੀ ਇਹ ਜੋਤ, 3 ਇਹ ਹੋ ਗਈਆਂ ਨੇ। ਅੱਗ ਦੀ ਇਸ ਤਰ੍ਹਾਂ ਇੱਕ ਟਟੈਣਾ ਵੀ ਜਗਦਾ ਹੁੰਦਾ। ਇਸ ਤਰ੍ਹਾਂ ਇਹ 6 ਪ੍ਰਕਾਸ਼ਮਾਨ ਮੰਨੇ ਆ। ਇਹ ਸਾਰੇ ਉਹਦੇ ਤੋਂ ਪ੍ਰਕਾਸ਼ ਲੈ ਕਰਕੇ ਹੀ ਪ੍ਰਕਾਸ਼ ਕਰਦੇ ਹਨ। ਤਾਂ ਕਰਕੇ ਸਰਬ ਦਾ ਪ੍ਰਕਾਸ਼ਕ ਕਿਹਾ ਓੰਕਾਰ ਨੂੰ। ਓੰਕਾਰ ਇੱਕ ਹੈ। ਸਤਿਗੁਰ ਪ੍ਰਸਾਦ ਤ੍ਰੈ ਕਾਲ ਆਬਾਦ ਤੁੰ ਸਤ ਤੁੰ ਚੇਤਨ ਤੁੰ ਆਨੰਦ ਤੁੰ। ਆਬਾਦ ਨਾਮ ਕੱਟਣ ਦਾ, ਕੱਟਣ ਤੋਂ ਰਹਿਤ ਹੈ। ਸਤ ਸਰੂਪ ਹੈ, ਚੇਤਨ ਸਰੂਪ ਹੈ ਔਰ ਓੰਕਾਰ ਆਨੰਦ ਦਾ ਸਰੂਪ ਹੈ। ਸਤਨਾਮ ਅਬਿਨਾਸੀ ਦਾ ਹੁੰਦਾ, ਜਿਹੜਾ ਕਦੇ ਨਾਸ ਨਾ ਹੋਏ ਉਹਨੂੰ ਸਤ ਕਹੀਦਾ। ਇਹ ਤੈਅ ਕੀਤਾ ਹੋਇਆ ਵੀ ਉਹ ਸੱਚ ਹੀ ਆ। ਤਾਂ ਕਰਕੇ ਸਤ ਅਬਿਨਾਸੀ ਸਰੂਪ ਗੁਰੂ ਚੇਤਨ ਸਰੂਪ ਹਨ। ਗੋ ਗਿਰ ਧਾਤੂ ਤੋਂ ਹੋਣ ਕਰਕੇ ਗੋ ਨਾਮ ਪਹਾੜ ਦਾ, ਗੋ ਨਾਮ ਗਿਰਦਾ, ਗਿਰ ਨਾਮ ਪਹਾੜ ਦਾ। ਉੱਚਾ ਭਾਰਾ ਵੱਡਾਪਨ ਇੱਥੋਂ ਲੈ ਕਰਕੇ ਗੁਣ ਲੈ ਲਈਦੇ ਨੇ। ਇਸੇ ਪ੍ਰਕਾਰ ਗਿਰ ਨਾਮ ਨਿਕਲ ਜਾਣ ਦਾ ਵੀ ਹੁੰਦਾ ਹੈ। ਅਗਿਆਨ ਦੇ ਤਾਂ ਹੀ ਨਹੀਂ ਰਹਿੰਦੇ, ਨਿਕਲ ਜਾਂਦੇ ਆ। ਰੋ ਨਾਮ ਪ੍ਰਕਾਸ਼ ਦਾ, ਪ੍ਰਕਾਸ਼ਾਂ ਦਾ ਪ੍ਰਕਾਸ਼ ਸਰੂਪ ਹਨ। ਪ੍ਰਾ ਨਾਮ ਪ੍ਰਸਾਦ, ਪ੍ਰਸਾਦ ਨਾਮ ਖੁਸ਼ੀ ਦਾ ਹੁੰਦਾ ਹੈ। ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਪ੍ਰਸਾਦ ਨਾਮ ਆਨੰਦ ਦਾ ਵੀ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਪਰਮਾਤਮਾ ਦੀ ਇੱਕ ਅਦੁੱਤੀ ਸਰੂਪ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਅੱਗੇ ਸ੍ਰੀ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਮੇਸ਼ਾ ਜਿੱਤ ਹੈ। ਇਹ ਸ੍ਰੀ ਦਸਮੇਸ਼ ਪਿਤਾ ਜੀ ਦਾ ਮੰਗਲਾਚਰਨ ਹੈ। ਸ੍ਰੀ ਸ਼੍ਰੋਮਣੀ
ਵਾਹੇ ਅਸਚਰਜ ਰੂਪ ਗੁਰੂ ਵੱਡਾ ਸਰੂਪ। ਉਹਨਾਂ ਦੀ ਜੀ ਕੀ ਸਤਿਕਾਰਕ ਵਾਚਕ ਹਨ। ਫਤਿਹ ਨਾਮ ਜਿੱਤ ਦਾ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਹਮੇਸ਼ਾ ਹੀ ਜਿੱਤ ਹੈ। ਆਥ ਖਸ਼ਟਮ ਰੁਤ ਕਥਨੰ। ਆਸ ਅਥ ਦਾ ਮਤਲਬ ਹੁੰਦਾ ਹੁਣ। ਖਸ਼ਟਮ ਨਾਮ 6 ਦਾ ਹੁੰਦਾ ਹੈ। 6ਵੀਂ ਰੁੱਤ ਦਾ ਕਥਨ ਕਰਨ ਲੱਗੇ ਹਾਂ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ। ਮੰਗਲਾ ਚਰਨ ਕਰਦੇ ਹਨ। ਕਹਿੰਦੇ ਹਨ ਸਤਿਗੁਰੂ ਸਾਹਿਬ ਜੀ ਦੇ ਜੋ ਪਾਵਨ ਚਰਨ ਸਰੋਜ ਕੋ ਕਮਲਾਂ ਦੀ ਨਿਆਈ ਜੋ ਹਨ। ਸਭ ਜਹਾਜ ਕੇ ਪਾਏ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਅਸੀਂ ਜਹਾਜ਼ ਦੀ ਨਿਆਈ ਪ੍ਰਾਪਤ ਕੀਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਸਤਿਗੁਰਾਂ ਦੇ ਨਿਰਗੁਣ ਸਰੂਪ ਦਾ ਸ਼ਬਦ ਅਤੇ ਨਾਮ ਰੂਪ ਚਰਨ ਹਨ। ਸਰਗੁਣ ਸਰੂਪ ਦੇ 10 ਪਾਤਸ਼ਾਹੀਆਂ ਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਚਰਨ ਪ੍ਰਤੱਖ ਜਿਨ੍ਹਾਂ ਜਿਨ੍ਹਾਂ ਤੇ ਚਰਨਾਂ ਦੀ ਛੋਹ ਜਿਨ੍ਹਾਂ ਸਥਾਨਾਂ ਨੂੰ ਮਿਲ ਗਈ, ਉਹਨਾਂ ਦੇ ਸਥਾਨਾਂ ਦੀ ਚਰਨ ਧੂੜ ਲੈ ਕਰਕੇ ਸਿੱਖ ਮੱਥੇ ਨੂੰ ਲਾਉਂਦੇ। ਭਾਵਨਾ ਹੈ ਪ੍ਰਤੱਖ ਦਸ ਗੁਰੂ ਸਾਹਿਬਾਨਾਂ ਦੇ ਚਰਨ। ਚਿਤ ਚਰਨ ਨਾਮ ਕਿਹਾ ਤੇ ਨਾਮ ਰੂਪੀ ਚਰਨ ਇਹ ਜਹਾਜ਼ ਦੀ ਨਿਆਈ ਪ੍ਰਾਪਤ ਕੀਤੇ ਹਨ। ਸਤਿਗੁਰਾਂ ਦੇ ਚਰਨ ਕਮਲ। ਬਿਗਨ ਉਦਤ ਤੇ ਪਾਰ ਪਾ। ਦੇਖੋ ਜੇ ਜਹਾਜ਼ ਦੇ ਉੱਤੇ ਚੜ ਜਾਈਏ ਤੇ ਬਿਗਨ ਨਹੀਂ ਕੋਈ ਵੀ ਲੱਗਦਾ, ਸਮੁੰਦਰ ਤੋਂ ਪਾਰ ਹੋ ਜਾਈਦਾ। ਕਿੱਡੀਆਂ ਅੜਚਣਾ ਕਿੱਡੀਆਂ ਮੁਸ਼ਕਲਾਂ ਕਿਉਂ ਨਾ ਹੋਣ, ਬੜੇ ਬੜੇ 42 ਲੱਖ ਜਲ ਜੰਤੂ ਨੇ ਪਾਣੀ ਦੇ ਵਿੱਚ ਸਮੁੰਦਰਾਂ 'ਚ ਹੁੰਦੇ ਆ, ਤਾਂ ਉਹਨਾਂ ਬੜੇ ਬੜੇ ਜਲ ਜੰਤੂਆਂ ਦਾ ਜਹਾਜ਼ 'ਚ ਬੈਠ ਕੇ ਖਤਰਾ ਨਹੀਂ ਕੋਈ ਰਹਿੰਦਾ। ਤੇ ਇਸੇ ਤਰ੍ਹਾਂ ਘੁੰਮਣ ਘੇਰੀ ਦਾ ਖਤਰਾ ਨਹੀਂ ਰਹਿੰਦਾ। ਤੇ ਇਸੇ ਤਰ੍ਹਾਂ ਜੋ ਸਮੁੰਦਰ ਦੀਆਂ ਉਛਾਲਾਂ ਨੇ, ਲਹਿਰਾਂ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਕੋਈ ਖਤਰਾ ਨਹੀਂ ਰਹਿੰਦਾ। ਸਾਰੇ ਬਿਘਨ ਨਾਸ ਹੋ ਜਾਂਦੇ ਆ, ਬੰਦਾ ਪਾਰ ਹੋ ਜਾਂਦਾ। ਜਿਹੜੇ ਸ਼ਿਪ 'ਚ ਚੱਲਦੇ ਆ ਤੇ ਉਹਨਾਂ ਨੂੰ ਪਤਾ ਵੀ ਜਦੋਂ ਸਮੁੰਦਰਾਂ ਦੇ ਵਿੱਚ ਲੰਘਦੇ ਆ ਕਈ ਮਹੀਨੇ ਤੇ ਧਰਤੀ ਕਿਤੇ ਦਿਸਦੀ ਨਹੀਂ ਆ, ਪਾਣੀ ਪਾਣੀ ਆ ਉੱਥੇ ਸਮੁੰਦਰਾਂ ਦੇ ਵਿੱਚ, ਮਹਾਸਾਗਰਾਂ ਦੇ ਵਿੱਚ। ਤੇ ਉੱਥੇ ਜਹਾਜ਼ ਦੇ ਉੱਤੇ ਚੜ ਕੇ ਬਿਘਨ ਕੋਈ ਨਹੀਂ ਕਿਸੇ ਤਰ੍ਹਾਂ ਦਾ ਵੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਜੋ ਚਰਨ ਨੇ ਉਹ ਜਹਾਜ਼ ਦੀ ਨਿਆਈ ਅਸੀਂ ਪ੍ਰਾਪਤ ਕਰਕੇ ਸਮਝਾਜ ਕੇ ਪਾਏ। ਜਹਾਜ਼ ਦੀ ਨਿਆਈ ਸਤਿਗੁਰਾਂ ਦੇ ਚਰਨ ਪ੍ਰਾਪਤ ਕੀਤੇ ਨੇ। ਤੇ ਜਿਹੜਾ ਬਿਘਨਾਂ ਦਾ ਸਮੁੰਦਰ ਸੀਗਾ, ਉਸ ਬਿਘਨਾਂ ਦੇ ਸਮੁੰਦਰ ਤੋਂ ਪਾਰ ਹੋ ਗਏ। ਇਹ ਨਾਮ ਦੇ ਜਹਾਜ਼ ਤੇ ਜੋ ਵੀ ਚੜ੍ਹਦੇ ਉਹਦੇ ਬਿਘਨ ਨਾਸ ਹੋ ਜਾਂਦੇ ਨੇ। ਬਾਣੀ ਦੀ ਟੇਕ ਲਈਏ ਤੇ ਹਜੂਰ ਕਹਿੰਦੇ ਨੇ ਬਿਘਨ ਬਿਨਾਸਨ ਸਭ ਦੁਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ। ਬਿਘਨਾਂ ਦਾ ਨਾਸ ਹੋ ਗਿਆ, ਸਾਰੇ ਬਿਘਨ ਵਿਨਾਸ਼ ਹੋ ਗਏ, ਸਾਰੇ ਦੁੱਖ ਖਤਮ ਹੋ ਗਏ। ਸਤਿਗੁਰਾਂ ਦੇ ਨਾਮ ਦੇ ਵਿੱਚ ਇਹ ਬੜੀ ਵੱਡੀ ਤਾਕਤ ਹੈ। ਨਾਮ ਜਪਣਾ ਚਾਹੀਦਾ। ਹਰ ਇੱਕ ਮਾਈ ਭਾਈ ਨੂੰ ਜੀਵਨ ਦਾ ਆਧਾਰ ਟੇਕ ਨਾਮ ਬਣਾਉਣੀ ਚਾਹੀਦੀ ਹੈ। ਅੰਮ੍ਰਿਤ ਵੇਲੇ ਉਠੋ, ਨਾਮ ਜਪੋ, ਸਿਮਰਨ ਬੰਦਗੀ ਕਰੋ। ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਮ ਜਪਨ ਕੋ ਜੇਬਾ ਦੇਨੀ, ਕਿਸੇ ਵਿਦਵਾਨ ਨੇ ਕਿਹਾ ਹਰ ਦਰਸ਼ਨ ਕੋ ਆਖੀ। ਮਾਨਸ ਜਨਮ ਅਮੋਲਕ ਮਿਲਿਆ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਦੇ ਆਮਦਨ ਮੂਲ ਨਾ ਥੀਵੇ। ਜਿਸ ਬੰਦੇ ਕੋ ਇੰਨਾ ਘਾਟਾ ਸੋ ਬੰਦਾ ਕਿਉਂ ਜੀਵੇ। ਜੇ ਮਨੁੱਖ ਨਾਮ ਦੇ ਨਾਲ ਜੁੜ ਜਾਵੇ, ਨਾਮ ਜਪਣ ਲੱਗ ਪਵੇ, ਬੜੀਆਂ ਬੜੀਆਂ ਅੜਚਣਾ ਬੜੇ ਬੜੇ ਬਿਘਨ ਸਾਰੇ ਨਾਸ ਹੋ ਜਾਂਦੇ ਹਨ। ਇਹ ਬਿਘਨਾਂ ਦੇ ਸਮੁੰਦਰ ਤੋਂ ਪਾਰ ਹੋ ਗਏ। ਧਿਆਵਤ ਸਹਿਜ ਸੁਹਾਏ। ਸਹਿਜ ਸੁਭਾ ਸੁਤੇ ਪ੍ਰਕਾਸ਼ੀ। ਧਿਆਵਤ ਧਿਆਇਂਦਾ ਧਿਆਇਓ, ਇਹਦਾ ਅਰਥ ਹੁੰਦਾ ਬੜੀ ਤੜਫ ਨਾਲ ਬੜੀ ਤਾਂਗ ਦੇ ਨਾਲ ਜਪਣਾ ਕੀਤਾ। ਪਿਆਸ ਲੱਗ ਜਾਵੇ ਤੇ ਪਾਣੀ ਵਾਲੇ ਪਾਸੇ ਨੂੰ ਧਿਆਨ ਜਾਂਦਾ, ਤੇ ਇੱਥੇ ਅੰਦਰ ਤੜਫ ਲੱਗ ਜਾਵੇ। ਜਿਵੇਂ ਕਵੀ ਜੀ ਨੇ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ। ਬਾਰ ਦੇ ਆ ਜਿੰਦ ਜਿੰਦ ਕਰ ਲਾਂ ਦੀਦਾਰ ਮੈਂ। ਮਾਲਕ ਤੁਹਾਡੇ ਦਰਸ਼ਨਾਂ ਦੀ ਇਹੋ ਜਿਹੀ ਤੜਫ ਲੱਗੀ ਹੋਈ ਆ, ਇਹੋ ਜਿਹੀ ਤਾਂਗ ਲੱਗੀ ਹੋਈ ਆ, ਚੈਨ ਕਿਤੇ ਪੈਂਦਾ ਹੀ ਨਹੀਂ ਹੈ। ਗੁਰੂ ਕੀ ਬਾਣੀ ਦੇ ਵਿੱਚ ਹਜੂਰ ਕਹਿੰਦੇ ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਨੀ। ਮਿਲ ਮੇਰੇ ਪ੍ਰੀਤਮਾ ਜੀਓ ਹੋ ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਪਾਣੀ ਅੰਨ ਨਾ ਪਾਵੈ ਮਰੀਐ ਹਾਵੈ, ਬਿਨ ਫਿਰ ਕਿਉਂ ਸੁਖ ਪਾਈਐ। ਮਾਲਕ ਦੇ ਬਿਨਾ ਕਿਵੇਂ ਸੁਖ ਪ੍ਰਾਪਤ ਹੋ ਸਕਦਾ। ਤਾਂ ਕਰਕੇ ਸਹਿਜ ਸੁਭਾਅ ਮਾਲਕ ਵਾਹਿਗੁਰੂ ਜੀ ਦੀ ਤੜਫ ਨਾਲ ਤਾਂਗ ਦੇ ਨਾਲ ਮੈਂ ਗੁਰੂ ਗੁਰੂ ਜਪਦਾ ਯਾਦ ਕਰਦਾ ਹਾਂ। ਸ੍ਰੀ ਨਾਨਕ
ਅੰਗਦ ਗੁਰੂ। ਰੁੱਤ ਦੀ ਪ੍ਰਾਰੰਭਤਾ ਹੋ ਰਹੀ ਆ। 10 ਗੁਰੂ ਸਾਹਿਬਾਨਾਂ ਨੂੰ ਯਾਦ ਕਰਦੇ ਸ੍ਰੀ ਸ਼੍ਰੋਮਣੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਨਮਸਕਾਰ ਕਰ ਲਈਏ। ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ 'ਚ ਦੰਡੋਤ ਬੰਦਨਾ ਹੈ। ਤ੍ਰਿਤੀ ਚਤੁਰਥੋ ਰੂਪ। ਜੋਤ ਮਹਾ ਜੁਗਤ ਹੋਈ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ ਆ, ਜੁਗਤ ਵੀ ਉਹੀ ਆ, ਕੇਵਲ ਸਲੀਰਾਂ ਦੀ ਤਬਦੀਲੀ ਹੋ ਰਹੀ ਹੈ। ਤੀਸਰਾ ਰੂਪ ਵੀ ਉਹੀ ਹਨ, ਗੁਰੂ ਅਮਰਦਾਸ ਸਾਹਿਬ ਦੇ ਚਰਨ ਬੰਦਨਾ। ਚਤੁਰਥੋ ਰੂਪ, ਚੌਥੇ ਰੂਪ 'ਚ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜੀ ਨੂੰ ਨਮਸਕਾਰ ਹੈ। ਪੰਚਮ ਖਸ਼ਟਮ ਸਪਤਮ। ਪੰਚਮ ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ ਜੀ। ਨਾਮ ਇਹ ਯਾਦ ਰੱਖਿਓ। ਪਹਿਲੇ ਗੁਰੂ ਨਾਨਕ ਸਾਹਿਬ, ਦੂਸਰੇ ਗੁਰੂ ਅੰਗਦ ਸਾਹਿਬ, ਤੀਸਰੇ ਗੁਰੂ ਅਮਰਦਾਸ ਜੀ, ਚੌਥੇ ਗੁਰੂ ਰਾਮਦਾਸ ਸਾਹਿਬ ਜੀ, ਪੰਜਵੇਂ ਗੁਰੂ ਗੁਰੂ ਅਰਜਨ ਸਾਹਿਬ। ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨੇ। ਖਸ਼ਟਮ ਛੇਵੇਂ ਗੁਰੂ ਹਰਗੋਬਿੰਦ ਪਾਤਸ਼ਾਹ ਮੀਰੀ ਪੀਰ ਦੇ ਮਾਲਕ। ਸਪਤਮੋਂ ਸਤਵੇਂ ਗੁਰੂ ਗੁਰੂ ਹਰਿਰਾਏ ਸਾਹਿਬ ਕਿਰਪਾਲੂ ਦਾਤਾ ਜੀ ਹਨ। ਅਸ਼ਟਮ ਨਵਮ ਅਨੂਪ। ਅਸ਼ਟਮ ਅੱਠਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਬਾਲਾ ਪ੍ਰੀਤਮ ਜੀ। ਸ੍ਰੀ ਹਰਕ੍ਰਿਸ਼ਨ ਤੇ ਆਈ ਆ, ਜਿਸ ਡਿਠੇ ਸਭ ਦੁੱਖ ਜਾਏ। ਸਾਰੇ ਦੁੱਖ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕਰਿਆਂ ਦੂਰ ਹੋ ਜਾਂਦੇ ਨੇ। ਨੌਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾਂ ਸ਼ਤਾਬਦੀ ਆ ਗਈ ਹੈ। ਇਹ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸ਼ਤਾਬਦੀ ਦਾ ਹੈ। ਤੇ ਨਗਰ ਨਗਰ ਪਿੰਡ ਪਿੰਡ ਦੇ ਵਿੱਚ ਧਾਰਮਿਕ ਸਮਾਗਮ ਆਰੰਭੇ ਗਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ 400 ਸਾਲਾਂ ਸ਼ਤਾਬਦੀ ਮਨਾਉਂਦਿਆਂ ਹੋਇਆਂ ਤੇ ਇਸ ਤਰ੍ਹਾਂ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡਾ ਪ੍ਰਬੰਧ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਸ਼ਤਾਬਦੀ ਤੇ ਸੰਗਤਾਂ ਦੀ ਜੋ ਵਧੀਆ ਸੇਵਾ ਹੋ ਸਕੇ ਉਹਦੇ ਵਾਸਤੇ ਉਦਮ ਉਪਰਾਲਾ ਕੀਤਾ ਜਾ ਰਿਹਾ। ਤੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾਲੂ ਦਾਤਾ ਜੀ, ਜਿਨ੍ਹਾਂ ਦਾ ਆਗਮਨ ਪ੍ਰਕਾਸ਼ ਪੁਰਬ ਬੜੀ ਸਰਧਾ ਪੂਰਵਕ ਸਮਸਤ ਸੰਸਾਰ ਨੇ, ਕਿਉਂਕਿ ਗੁਰੂ ਤੇਗ ਬਹਾਦਰ ਪ੍ਰਗਟੇ। ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਤਿਗੁਰੂ ਤੇਗ ਬਹਾਦਰ ਜੀ ਨੇ ਸਾਰੀ ਸ੍ਰਿਸ਼ਟੀ ਦੀ ਪੱਤ ਕੱਜੀ ਆ। ਇਸ ਵਾਸਤੇ ਸਮੁੱਚਾ ਸੰਸਾਰ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਸਤਿਗੁਰੂ ਮਿਹਰ ਰਹਿਮਤ ਕਰਨ ਅਸੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਜੁੜ ਬੈਠ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਣਗਾਨ ਜਸ ਗਾ ਸਕੀਏ। ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਰਹਿਮਤ ਕਰਨ। ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੇਗ ਬਹਾਦਰ ਸਿਮਰਿਆ ਕਰ ਨੌ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੀਏ। ਘਰ ਵਿੱਚ 9 ਨਿਧੀਆਂ ਚਲੀਆਂ ਹੁੰਦੀਆਂ ਨੇ, 18 ਸਿੱਧੀਆਂ ਭੱਜੀਆਂ ਹੁੰਦੀਆਂ ਨੇ। ਸਭ ਥਾਵਾਂ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਰੱਖਿਆ ਕਰਦੇ। ਜਦੋਂ ਵੀ ਸਿੱਖਾਂ ਅੜਚਨ ਮੁਸ਼ਕਿਲ ਬਣੇ, ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਲਿਆ ਕਰ, ਤੇਰੀ ਪੱਤ ਰੱਖ ਲੈਣਗੇ। ਨਿਸ਼ਚਾ ਐ ਬਣਾਈ ਜਿਹੋ ਜਿਹਾ ਮੱਖਣ ਸਾ ਲੁਭਾਣੇ ਦਾ ਸੀ ਵੀ ਸਮੁੰਦਰ 'ਚ ਅਰਦਾਸ ਕੀਤੀ ਤੇ ਉੱਥੇ ਵੀ ਹਾਜ਼ਰ ਹੋ ਕੇ ਮੇਰਾ ਜਹਾਜ਼ ਬੰਨੇ ਲਾਇਆ। ਬਹੁਤ ਭਾਵਨਾ ਬਣਾਈ ਵੇ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਤੁਹਾਨੂੰ ਯਾਦ ਕਰੀਏ ਉੱਥੇ ਤੁਸੀਂ ਹਾਜ਼ਰ ਹੋ ਕਰਕੇ ਮੇਰੀ ਰੱਖਿਆ ਕਰਦੇ, ਸਹਾਇਤਾ ਕਰਦੇ ਹੋ। ਇਉਂ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਵੀ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰੀਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਨਮਸਕਾਰ ਕਰੀਏ। ਗੁਰੂ ਹਰਿਰਾਏ ਸਾਹਿਬ ਜੀ ਨੂੰ ਨਮਸਕਾਰ ਕਰੀਏ। ਸਤਵੇਂ ਗੁਰੂ ਜੀ ਨੂੰ। ਅੱਠਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦੀ ਉਪਮਾ ਹੀ ਕਹਿਣੇ ਕਥਨੇ ਤੋਂ ਬਾਹਰ ਹੈ। 5.5 ਸਾਲ ਦੀ ਉਮਰ 'ਚ ਗੁਰਤਾ ਗੱਦੀ ਸਿੰਘਾਸਣ ਤੇ ਬੈਠੇ। 8 ਸਾਲ ਦੀ ਉਮਰ 'ਚ ਜੋਤੀ ਜੋਤ ਵੀ ਸਮਾ ਗਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ। ਫਿਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਜਿਨ੍ਹਾਂ ਦੀ ਉਪਮਾ ਕਥਨੇ ਤੋਂ ਬਾਹਰ ਹੈ, ਨਮਸਕਾਰ ਹੈ। ਗੁਰੂ ਗੋਬਿੰਦ ਸਿੰਘ ਦਸਮ ਪ੍ਰਭ। ਗੁਰੂ ਗੋਬਿੰਦ ਸਿੰਘ ਸਾਹਿਬ ਦਸਮੇਸ਼ ਪਿਤਾ ਜੀ। ਜਗਤ ਤਾਰਨ ਅਵਤਾਰ। ਜਗਤ ਨੂੰ ਤਾਰਨ ਵਾਸਤੇ 10 ਪਾਤਸ਼ਾਹੀਆਂ ਨੇ ਅਵਤਾਰ ਧਾਰਨ ਕੀਤਾ। 10ਵੇਂ ਪਾਤਸ਼ਾਹ ਨੇ 1708 ਦੇ ਵਿੱਚ 52 ਹੁਕਮ ਕਰਦਿਆਂ ਹੋਇਆਂ ਪੰਥ ਨੂੰ ਮੁੜ ਕੇ ਜਾਗ ਜੋਤ ਗੁਰੂ ਗ੍ਰੰਥ ਸਾਹਿਬ ਦੇ ਲੜ ਪੰਥ ਨੂੰ ਲਾਇਆ ਵੀ ਅੱਜ ਤੋਂ ਬਾਅਦ ਆਤਮਾ ਮੇਰੀ ਗ੍ਰੰਥ ਵਿੱਚ, ਸਰੀਰ ਮੇਰਾ ਪੰਥ ਵਿੱਚ,
ਖਾਲਸਾ ਜੀ ਮੇਰੇ ਸਰੀਰ ਦੇ ਦਰਸ਼ਨ ਕਰਨੇ ਪੰਜ ਪਿਆਰਿਆਂ ਦੇ ਕਰ ਲਿਓ, ਮੈਂ ਉਹਨਾਂ ਦੇ ਵਿੱਚੇ ਵਸਦਾ। ਤੇ ਜੇ ਆਪ ਨੇ ਮੇਰੀ ਆਤਮਾ ਦੇ ਦੀਦਾਰ ਕਰਨੇ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੀ ਆਤਮਾ ਹੈ। ਇਹ ਉਪਦੇਸ਼ ਨਾਂਦੇੜ ਦੀ ਧਰਤੀ ਦੇ ਉੱਪਰ ਦਿੱਤਾ ਦਸ਼ਮੇਸ਼ ਪਿਤਾ ਜੀ ਨੇ। ਜਗਤ ਨੂੰ ਤਾਰਨ ਵਾਸਤੇ ਅਵਤਾਰ ਹੋਏ ਹਨ ਗੁਰੂ ਸਾਹਿਬ। ਕਥਾ ਆਪਣੀ ਆਪ ਹੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਦਤ ਜੇ ਬਿਦ ਮੋਹਿ ਆਨੋ। ਹੇਮਕੁੰਟ ਪਰਵਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਸਪਤ ਸ੍ਰਿੰਗ ਤੇ ਜੋਗ ਕਮਾਵਾ, ਪੰਡ ਸਪਤ ਸਿੰਘ ਜਿਹ ਨਾਮ ਕਹਾਵਾ। ਪੰਡ ਰਾਜ ਜਹ ਜੋਗ ਕਮਾਵਾ, ਤਹਿ ਮਾਦਿਕ ਤਪਸਿਆ ਸਾਦੀ। ਮਹਾਕਾਲ ਕਾਲ ਕਾ ਰਾਤੀ, ਚੇਤਨਾ ਪਇਓ ਹਮਰੋ ਆਵਨ ਕਾ। ਚੁਬੀ ਰਹੀ ਸੁਤ ਪ੍ਰਭ ਚਰਨਨ ਮੈਂ। ਇਹ ਬਚਨ ਆਪਣੀ ਕਥਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਹੱਥ ਲਿਖਤ ਕਥਾ ਪੜ੍ਹਨੀ ਹੋਵੇ, ਵਿਚਿੱਤਰ ਨਾਟਕ ਪੜ੍ਹ ਲਿਓ ਸਾਰੇ। ਵਿਚਿੱਤਰ ਨਾਟਕ ਗੁਰੂ ਸਾਹਿਬ ਨੇ ਆਪਣੇ ਜੀਵਨ ਦੀ ਆਪ ਕਥਾ ਲਿਖੀ ਹੋਈ ਹੈ। ਤੇ ਵਿਚਿੱਤਰ ਨਾਟਕ ਦੇ ਵਿੱਚ ਇਹ ਬਚਨ ਲਿਖੇ ਹੋਏ ਹਨ। ਆਪਣੀ ਕਥਾ ਆਪ ਹੀ। 10 ਗੁਰੂ ਸਾਹਿਬਾਨਾਂ ਵਿੱਚੋਂ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ, ਜਿਨ੍ਹਾਂ ਨੇ ਕਲਮ ਤੋਂ ਆਪਣੀ ਕਥਾ ਪਹਿਲਾਂ ਦੀ ਤੋਂ ਬਾਅਦ ਦੇ ਵਿੱਚ ਜੋ ਕੁਝ ਕੀਤਾ, ਤੇ ਜਿਵੇਂ ਜਿਵੇਂ ਜੰਗ ਯੁੱਧ ਕੀਤੇ, ਅਨੰਦਪੁਰ ਸਾਹਿਬ ਤੋਂ ਹਜੂਰ ਸਾਹਿਬ ਤੱਕ ਸਾਰਾ ਬੇਰਵਾ ਦਿੱਤਾ ਹੋਇਆ ਹੈ। ਇਉਂ ਆਪਣੀ ਕਥਾ ਆਪ ਹੀ ਰਚੀ ਸਹਿਤ ਵਿਸਤਾਰ। ਵਿਸਥਾਰ ਸਮੇਤ ਗੁਰੂ ਸਾਹਿਬ ਜੀ ਨੇ ਰਚੀ ਹੈ। ਉਹਦੀ ਟੇਕ ਲੈ ਕੇ ਕਵੀ ਜੀ ਕਹਿੰਦੇ ਮੈਂ ਵੀ ਗੁਰੂ ਸਾਹਿਬ ਦੀ ਇਹ ਕਥਾ ਕਹਿ ਰਿਹਾ। ਕਰਿਓ ਬਹਾਨੋ ਮੋਹਿ ਕੋ। ਇਹ ਮੇਰਾ ਤੇ ਇੱਕ ਬਹਾਨਾ ਹੀ ਬਣਾਇਆ ਹੋਇਆ ਹੈ ਗੁਰੂ ਜੀ ਨੇ। ਦਾਸ ਜਾਨ ਕਰ ਦੀਨ। ਦਾਸ ਜਾਨ ਕਰਕੇ ਵਡਿਆਈਆਂ ਮੈਨੂੰ ਦਿੱਤੀਆਂ ਹਨ। ਕਹਾਂ ਸ਼ਕਤ ਨਰ ਤਨ ਬਿਖੈ। ਮਨੁੱਖ ਸਰੀਰ ਵਿੱਚ ਨਹੀਂ, ਕਿੱਥੇ ਸ਼ਕਤੀ ਆ, ਪੂਰਨ ਹੈ। ਪਾਰ ਬ੍ਰਹਮ ਦੇ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਥਾ ਜਾਂ 10 ਗੁਰੂ ਸਾਹਿਬਾਨਾਂ ਦੀ ਅਸੀਂ ਕਥਾ ਕਰ ਲਈਏ, ਇਹਨੂੰ ਵਿਚਾਰ ਲਈਏ, ਬਾਚ ਲਈਏ, ਇੰਨੀ ਮਨੁੱਖ ਸਰੀਰ ਵਿੱਚ ਨਹੀਂ ਤਾਕਤ ਹੈ। ਇਹ ਤਾਂ ਆਪ ਹੀ ਬਹਾਨਾ ਬਣਾ ਕਰਕੇ ਆਪੇ ਹੀ ਆਪਣਾ ਜਸ ਗੁਰੂ ਸਾਹਿਬ ਕਰਾ ਲੈਂਦੇ ਹਨ। ਸੰਚਨ ਕਰਹਿ ਪ੍ਰਵੀਨ। ਇੰਨੀ ਬੜੀ ਕਥਾ ਜਿਹੜੀ ਹੈ, ਇਸ ਨੂੰ ਸਿਆਣਾ ਸਮਝਦਾਰ ਇੰਨੀ ਤਾਕਤ ਨਹੀਂ ਹੈ ਵੀ ਇਕੱਠਾ ਕਰ ਲਵੇ। ਸਭ ਇੱਛਾ ਪੂਰਨ ਕਰੀ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੇਰੀ ਇੱਛਾ ਗੁਰੂ ਸਾਹਿਬ ਨੇ ਪੂਰੀ ਕੀਤੀ। ਹਲਤ ਬਿਖੈ ਸੁਖ ਦੀਨ। ਹਾਲਤ ਇਸ ਲੋਕ ਵਿੱਚ ਸੱਚੇ ਪਾਤਸ਼ਾਹ ਨੇ ਸੁਖ ਬਖਸ਼ੇ। ਹਿਰਦੈ ਭਰੋਸਾ ਪਲਤ ਮਹਿ। ਇੱਥੇ ਤੇ ਗੁਰੂ ਸਾਹਿਬ ਨੇ ਸੁਖ ਬਖਸ਼ੇ ਹੀ ਹਨ। ਮੇਰੇ ਹਿਰਦੇ ਵਿੱਚ ਭਰੋਸਾ ਹੈ ਵੀ ਅਗਾਂ ਪਰਲੋਕ ਵੀ ਮੇਰਾ ਸਵਾਰ ਲੈਣਗੇ। ਇਹ ਭਰੋਸਾ ਹੈ। ਇੱਥੇ ਤੇ ਸੁਖ ਦਿੱਤੇ, ਅੱਗੇ ਪਰਲੋਕ ਵੀ ਸਵਾਰਨਗੇ। ਕਰਹਿ ਕਸ਼ਟ ਸਭ ਸ਼ੀਨ। ਮੇਰੇ ਜਿੰਨੇ ਕਸ਼ਟ ਨੇ, ਮੇਰੇ ਜਿੰਨੇ ਦੁੱਖ ਨੇ, ਸਹਿਨਸ਼ਾਹ ਆਲਮ ਪਾਤਸ਼ਾਹ 10 ਗੁਰੂ ਸਾਹਿਬਾਨ ਅਕਾਲ ਪੁਰਖ ਵਾਹਿਗੁਰੂ ਜੀ ਮੇਰੇ ਸਾਰੇ ਕਸ਼ਟ, ਮੇਰੇ ਦੁੱਖਾਂ ਨੂੰ ਛੀਨ ਨਾਸ ਕਰ ਦੇਣਗੇ, ਖਤਮ ਕਰ ਦੇਣਗੇ। ਇਮ ਉਪਦੇਸ਼ਤ ਸਤਿਗੁਰੂ। ਇਸ ਤਰ੍ਹਾਂ ਉਪਦੇਸ਼ ਦਿੰਦੇ ਹਨ ਗਰੀਬ ਨਿਵਾਜ ਪਾਤਸ਼ਾਹ ਜੀ। ਜਿਮ ਸਿੰਘਨ ਕਲਿਆਣ। ਜਿਹਦੇ ਕਰਕੇ ਸਿੰਘਾਂ ਦੀ ਪਰਮ ਕਲਿਆਣ ਹੋ ਜਾਵੇ, ਸਿੰਘਾਂ ਦਾ ਭਲਾ ਹੋ ਜਾਵੇ। ਜੋ ਪੰਜਵੀਂ ਰੁੱਤ ਵਿੱਚ ਆਪ ਜੀ ਨੇ ਅਖੀਰਲੇ ਪ੍ਰਸੰਗ ਸਰਵਣ ਕੀਤੇ, ਜਿਨ੍ਹਾਂ ਨੂੰ ਧਾਰਨ ਕਰਕੇ ਸਿੰਘਾਂ ਦੀ ਕਲਿਆਣ ਹੋ ਜਾਵੇ। ਉਮਗਿਓ ਔਰ ਅਨੁਰਾਗ ਜਿਨ। ਤੇ ਉਮਗਿਓ ਹਿਰਦੇ ਵਿੱਚ ਪ੍ਰੇਮ ਪਿਆਰ ਉਤਪੰਨ ਹੋ ਗਿਆ ਹੈ ਜਿਨ੍ਹਾਂ ਦੇ। ਦਈ ਅਗਰ ਗੁਰ ਪ੍ਰਾਨ। ਤੇ ਇਸ ਤਰ੍ਹਾਂ ਇੰਨਾ ਪਿਆਰ ਹੋਇਆ ਵੀ ਗੁਰੂ ਸਾਹਿਬ ਵਾਸਤੇ ਆਪਣੀਆਂ ਜਾਨਾਂ ਵੀ ਸਿੰਘਾਂ ਹੱਸ-ਹੱਸ ਕੁਰਬਾਨ ਕਰਤੀਆਂ। ਜਿੰਨੇ ਜੰਗ ਯੁੱਧ ਹੋਏ, ਉਹਨਾਂ ਜੰਗਾਂ ਯੁੱਧਾਂ ਵਿੱਚ ਆਪਣੇ ਪ੍ਰਾਣ ਸਤਿਗੁਰਾਂ ਦੇ ਉੱਤੋਂ ਆਪਣੇ ਪ੍ਰਾਣ ਹੀ ਨਿਛਾਵਰ ਕਰਤੇ। ਇਉਂ ਸਿੰਘਾਂ ਨੂੰ ਇੰਨਾ ਪਿਆਰ ਗੁਰੂ ਜੀ ਨਾਲ, ਗੁਰੂ ਜੀ ਦੇ ਬਚਨ ਸੁਣ ਕੇ ਹੋਇਆ। ਪਠੇ ਦੂਤ ਗਿਰ ਪਤ ਨਿਜੀ। ਹੁਣ ਇੱਧਰ ਪ੍ਰਸੰਗ ਦੀ ਕੜੀ ਜੋੜਦੇ ਹਨ ਵੀ ਜਿਹੜੇ ਪਹਾੜੀ ਰਾਜੇ ਸਨ, ਭੀਮ ਚੰਦ, ਭੂਪ ਚੰਦ, ਘਮੰਡ ਚੰਦ ਆਦਿ ਸਾਰੇ ਹੀ ਇਹਨਾਂ ਨੇ ਆਪਣੇ ਦੂਤ ਭੇਜੇ। ਸਾਚ ਕੇ ਝੂਠ ਸੁਨਾਏ। ਕੁਝ ਸੱਚੀਆਂ ਗੱਲਾਂ, ਕੁਝ ਝੂਠੀਆਂ ਗੱਲਾਂ ਬਣਾ ਕਰਕੇ। ਸਵਾ ਲੱਖ ਸੈਨਾ ਸਹਿਤ। 1.25 ਲੱਖ ਫੌਜਾਂ ਦੇ ਸਮੇਤ ਤਹਿ ਉਮਰਾਵ ਚੜਾਈ। ਇਹ ਉਮਰਾਵ ਇਹਨਾਂ ਨੇ ਚੜਾ ਕਰਕੇ ਲਿਆਂਦਾ ਹੈ। ਚੌਪਈ ਸੈਂਦੇ ਖਾਂ ਪਠਾਨ ਚੜ ਆਇਓ। ਇਹ ਉਮਰਾਵ ਦਾ ਨਾਂ ਸੈਂਦੇ ਖਾਨ ਹੈ। ਬੜਾ ਤਗੜਾ ਕਹਿੰਦਾ ਕਹੋਂ ਦਾ ਪਠਾਨ ਹੈ, ਬੜਾ ਨਾਮਵਰ ਪਠਾਨ ਹੈ। ਇਹ ਸੈਂਦੇ ਖਾਂ 1.25 ਲੱਖ ਫੌਜ ਲੈ ਕੇ
ਧਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉੱਪਰ ਚੜ੍ਹਾਈ ਕਰਕੇ ਆਇਆ। ਚਾਹੇ ਗੁਰੂ ਸੰਗ ਜੁੱਧ ਮਚਾਇਓ। ਇਹ ਚਾਹੁੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾਲੂ ਦਾਤਾ ਜੀ ਦੇ ਨਾਲ ਯੁੱਧ ਕੀਤਾ ਜਾਵੇ, ਜੰਗ ਕੀਤਾ ਜਾਵੇ। ਉਤਰੀ ਆਨ ਥਨੇਸਰ ਨਗਰੀ। ਇਹ ਫੌਜ ਜਿਹੜੀ ਤੁਰਕਾਂ ਦੀ ਚੜ ਕੇ ਆ ਰਹੀ ਹੈ, ਇਹ ਥਨੇਸਰ ਵਾਲੇ ਸਥਾਨ ਦੇ ਉੱਪਰ ਆ ਗਈ ਹੈ। ਤੁਰਕਨ ਚਮੂ ਸਨਦ ਬਦ ਸਗਰੀ। ਸਨਦ ਬੱਧ ਹੁੰਦਾ ਤਿਆਰ ਬਰ ਤਿਆਰ ਫੌਜ, ਹਥਿਆਰ ਸਨਦ ਬੱਧ ਹਥਿਆਰ ਧਾਰੀ ਫੌਜ ਹੈ, ਤਿਆਰ ਬਰ ਤਿਆਰ ਸਾਰੀ ਫੌਜ ਤੁਰਕਾਂ ਦੀ। ਇਦ ਗੁਰ ਘਰ ਤੇ ਹਟੇ ਮਸੰਦ। ਇਧਰ ਗੁਰੂ ਘਰੋਂ ਜਿਹੜੇ ਮਸੰਦ ਨੇ ਉਹ ਹੁਣ ਮਸੰਦਾਂ ਦਾ ਸੌਦਾ ਲੱਗ ਗਿਆ। ਉਹ ਆਪਣੇ ਆਚਰਨ ਤੋਂ ਡੇਗੇ, ਜੀਵਨ ਤੋਂ ਮਸੰਦ ਡੇਗੇ ਸਨ। ਜਿਨ੍ਹਾਂ ਸੰਗਤਾਂ ਕੋਲ ਉਗਰਾਹੀ ਲੈਂਦੇ ਉਹਨਾਂ ਨੂੰ ਹੀ ਤੰਗ ਪਰੇਸ਼ਾਨ ਕਰਦੇ ਸੀਗੇ। ਆਪਣੇ ਜੀਵਨ ਦੇ ਵਿੱਚੋਂ ਸਿੱਖੀ ਰਹਿਤਾਂ ਦੇ ਵਿੱਚੋਂ ਵੀ ਮਸੰਦ ਡੇਗੇ ਤੇ ਇਹਨਾਂ ਨੂੰ ਬੜੀਆਂ ਭਾਰੀਆਂ ਸਜ਼ਾਵਾਂ ਮਿਲੀਆਂ। ਤੇਲ ਦੇ ਕੜਾਹਿਆਂ ਵਿੱਚ ਵੀ ਸਾੜਿਆ ਇਹਨਾਂ ਨੂੰ। ਮਸੰਦਾਂ ਦਾ ਖੂਹ ਅੱਜ ਵੀ ਗੁਰੂ ਕੇ ਮਹਿਲ ਸਥਾਨ ਦੇ ਉੱਪਰ ਅਨੰਦਪੁਰ ਸਾਹਿਬ ਮੌਜੂਦ ਹੈ, ਜਿੱਥੇ ਮਸੰਦਾਂ ਨਾਲ ਸੌਦਾ ਲਾਇਆ ਸੀਗਾ। ਤੇ ਬੜੇ ਬੜੇ ਜਿਹੜੇ ਮਸੰਦ ਸੀ, ਮਹਾਰਾਜ ਨੇ ਮੁੜ ਕੇ ਬਾਅਦ ਦੇ ਚੌਥੇ ਜਾਮੇ 'ਚ ਥਾਪੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ। ਮਸੰਦ ਦਾ ਮਤਲਬ ਹੁੰਦਾ ਹੀ ਮਸਨੰਦ, ਗੱਦੀਦਾਰ, ਅਹੁਦੇਦਾਰ। ਤੇ ਅਹੁਦੇਦਾਰ ਜਦੋਂ ਅਹੁਦਿਆਂ ਤੇ ਕਰੈਪਟ ਹੋ ਗਏ, ਵਿਗੜ ਗਏ, ਅਹੁਦੇ ਪਾ ਕੇ ਹੰਕਾਰੇ ਗਏ। ਤੇ ਹੰਕਾਰ ਬੰਦੇ ਤੋਂ ਕੀ ਕੁਝ ਨਹੀਂ ਜੇ ਕਰਾ ਦਿੰਦਾ। ਜਦੋਂ ਬੰਦੇ ਨੂੰ ਹੰਕਾਰ ਆ ਜਾਵੇ, ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਜੇ ਸਮਝਦਾ। ਉਹ ਕਹਿੰਦਾ ਉਹ ਕੀ ਆ, ਮੈਂ ਹੀ ਆ ਜੋ ਕੁਝ ਵੀ ਆ। ਹੰਕਾਰੀ ਬੰਦਾ ਕਹਿੰਦਾ ਮੈਂ ਹੀ ਹਾਂ ਜੋ ਕੁਝ ਵੀ ਹਾਂ, ਮੈਨੂੰ ਪੱਠੇ ਪਾਉਂਦਾ ਰਹਿੰਦਾ। ਬੜੇ ਬੜੇ ਇਸ ਦੁਨੀਆ ਤੋਂ ਤੁਰ ਗਏ ਨੇ। ਬੜੇ ਬੜੇ ਹੰਕਾਰੀ ਜਿਹੜੇ ਹਨ ਉਹ ਨਹੀਂ ਰਹੇ ਇਸ ਦੁਨੀਆ ਦੇ ਵਿੱਚ। ਜਨ ਕੇ ਰਥ ਨੇਮ ਦਰਾਰਨ ਤੇ ਸਤ ਸਾਗਰੇ ਅਬਲੋ ਜਗ ਮਾਹੀ। ਜਨ ਚਾਪਨ ਗੋਸਨ ਕੇ ਬਲ ਤੇ ਸਭ ਸੈਲ ਬਟੋਰ ਧਰੇ ਧਰਮਾਹੀ। ਸੁਰ ਰਾਜ ਡਰੇ ਜਨ ਕੇ ਬਲ ਤੇ ਇਮਰਾਜ ਜਿਤੇ ਜਿਹਨੇ ਜਗ ਮਾਹੀ। ਮਨ ਤੇ ਜਗ ਭੀਤਰ ਨਾਹੀ ਰਹੇ ਅਬ ਔਰ ਰਹੇ ਕੋਈ ਆ ਜਗ ਮਾਹੀ। ਐਡੇ ਐਡੇ ਤੁਰ ਗਏ ਤੇ ਰਹਿਣਾ ਕਿੰਨੇ ਇਸ ਦੁਨੀਆ ਦੇ ਵਿੱਚ। ਹੰਕਾਰੀ ਆਦਮੀ ਦਾ ਰੰਗ ਢੰਗ ਤੌਰ ਤਰੀਕਾ ਸਭ ਕੁਝ ਹੀ ਬਦਲ ਜਾਂਦਾ ਹੈ। ਐਡੋਂ ਟੇਡੋਂ ਜਾਤ ਬਿੰਗਾ ਟੇਡਾ ਹੰਕਾਰੀ ਤੁਰਿਆ ਫਿਰਦਾ ਹੈ। ਹੰਕਾਰੀ ਜਿਹੜਾ ਹੰਕਾਰ ਕਰਕੇ ਜਦੋਂ ਫਿਰ ਇਨਸਾਨੀਅਤ ਦਾ ਘਾਣ ਕਰ ਦਿੰਦਾ ਹੈ, ਹੰਕਾਰ ਕਰਕੇ ਬੜੇ ਬੜੇ ਪਾਪ ਕਰਦਾ ਹੈ, ਮੁੜ ਕੇ ਮਾਲਕ ਹੰਕਾਰੀ ਨੂੰ ਪਿੱਠ ਦੇ ਦਿੰਦਾ ਹੈ। ਤੇ ਜਦੋਂ ਮਾਲਕ ਹੰਕਾਰੀ ਨੂੰ ਪਿੱਠ ਦੇ ਦੇਵੇ, ਰੱਬ ਦੀ ਪਿੱਠ ਹੋ ਜਾਵੇ, ਤਾਂ ਮੁੜ ਕੇ ਜਿਹੜੀ ਦੁਨੀਆ ਸਤਿਕਾਰ ਸਨਮਾਨ ਦਿੰਦੀ ਉਹ ਵੀ ਪਿਛਾਂ ਹਟ ਜਾਂਦੀ ਆ। ਤਾਂ ਕਰਕੇ ਹੰਕਾਰ ਕਦੇ ਵੀ ਨਹੀਂ ਜੇ ਹੋਣਾ ਚਾਹੀਦਾ। ਅਹੰਕਾਰੀਆਂ ਨੂੰ ਗੁਰੂ ਪਿੱਠ ਦੇ ਦਿੰਦਾ। ਹੰਕਾਰ ਖਤਮ ਕਰੋ। ਬੜੇ ਬੜੇ ਲੋਕ ਹੰਕਾਰ ਦੇ ਸਮੇਤ ਹੋ ਗਏ ਨੇ। ਮਸੰਦਾਂ ਦਾ ਨਾਸ ਹੋਣ ਦਾ ਕਾਰਨ ਹੀ ਇਹਨਾਂ ਦਾ ਹੰਕਾਰ ਸੀਗਾ। ਇਹ ਕਹਿੰਦੇ ਹੁਣ ਤਾਂ ਅਸੀਂ ਵੱਡੇ ਅਹੁਦੇਦਾਰ ਹਾਂ, ਵੱਡੇ ਗੱਦੀਆਂਦਾਰ ਹਾਂ, ਅਸੀਂ ਜੋ ਮਰਜ਼ੀ ਕਰੀ ਜਾਈਏ, ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਆ। ਜਦੋਂ ਇਸ ਹੰਕਾਰ ਦੇ ਵਿੱਚ ਇਹ ਮਸੰਦ ਕਰਪਟ ਹੋਏ, ਜੀਵਨ ਤੋਂ ਡਿੱਗ ਪਏ, ਫਿਰ ਜਦੋਂ ਮਹਾਰਾਜ ਪਾਤਸ਼ਾਹ ਜੀ ਦੇ ਗੱਲ ਪੇਸ਼ ਆਈ, ਭਾਵੇਂ ਨਾਟਕ ਹੀ ਦਿਖਾਇਆ ਸੀਗਾ, ਮਦਾਰੀਆਂ ਨੇ ਆਣ ਕਰਕੇ ਮਸੰਦਾਂ ਦੇ ਬਾਬਤ ਨਾਟਕ ਲਿਖ ਕਰਕੇ ਦਿਖਾਇਆ। ਮਹਾਰਾਜ ਬੜੇ ਵੀਰ ਰਸ ਵਿੱਚ ਆਏ। ਜਿੰਨੇ ਮਸੰਦ ਸੀ ਸਾਰੇ ਬੰਨ ਲਏ, ਸਾਰਿਆਂ ਦਾ ਕਟਾਪਾ ਚੜਿਆ। ਮਸੰਦਾਂ ਦੀ ਬਹੁਤ ਦੁਰਦਸ਼ਾ ਹੋਈ। ਮਹਾਰਾਜ ਪਾਤਸ਼ਾਹ ਨੇ ਫਿਰ ਹੁਕਮ ਭੇਜ ਦਿੱਤਾ, ਸੰਗਤ ਜੀ ਇਹ ਮਸੰਦਾਂ ਨੂੰ ਤੁਸੀਂ ਮਾਨ ਸਨਮਾਨ ਦਿੰਦੇ, ਅੱਜ ਤੋਂ ਬਾਅਦ ਕੋਈ ਨਾ ਦੇਵੇ। ਇਹ ਮਸੰਦ ਅਹੁਦੇ ਪਾ ਕੇ ਵਿਗੜ ਗਏ ਨੇ। ਜੀਵਨ ਇਹਨਾਂ ਮਸੰਦਾਂ ਦਾ ਡਿੱਗ ਪਿਆ ਹੈ। ਆਪਣਾ ਜੀਵਨ ਇਹਨਾਂ ਮਸੰਦਾਂ ਦਾ ਕੁਝ ਨਹੀਂ। ਜੇ ਸੰਗਤ ਦਾ ਖਾਂਦੇ ਆ, ਉਹ ਸੰਗਤ ਨੂੰ ਦੁੱਖ ਦਿੰਦੇ ਆ। ਇਸ ਵਾਸਤੇ ਅੱਜ ਤੋਂ ਬਾਅਦ ਇਹਨਾਂ ਮਸੰਦਾਂ ਨੂੰ ਮੂੰਹ ਕੋਈ ਨਾ ਜੇ ਲਾਇਓ। ਆਪਣੀ ਕਾਰ ਪੇਟਾ ਖੁਦ ਲੈ ਕੇ ਆਇਆ ਕਰੋ ਗੁਰੂ ਘਰ। ਜਦੋਂ ਗੁਰੂ ਸਾਹਿਬ ਨੇ ਹੁਕਮ ਕਰਤਾ, ਮਸੰਦ ਸਾਰੇ ਹਟ ਗਏ। ਕੋਈ ਸੰਗਤ ਜਿਹੜੇ ਬੜਾ ਤੰਗ ਪਰੇਸ਼ਾਨ ਸੰਗਤ ਨੂੰ ਕਰਦੇ, ਹੁਣ ਮਸੰਦਾਂ ਨੂੰ ਕੋਈ ਮੂੰਹ ਨਹੀਂ ਜੇ ਲਾਉਂਦਾ। ਸਾਰੀ ਸੰਗਤ ਗੁਰੂ ਦੇ ਹੁਕਮਨ ਸਾਰੀ ਮਸੰਦਾਂ ਨੂੰ ਭੇਟਾ ਦਿੰਦੀ। ਜਦੋਂ ਗੁਰੂ ਦਾ ਹੁਕਮ ਹੀ ਆ ਗਿਆ ਵੀ ਮਸੰਦਾਂ ਨੂੰ ਦੋ ਹੀ ਕੁਝ ਨਾ, ਮੁੜ ਕੇ ਮਸੰਦ ਬੜੇ ਦੁਖੀ ਹੋਏ। ਹਟ ਗਏ ਹਨ ਸਾਰੇ ਮਸੰਦ। ਬੈਠੇ ਧਨ ਸੰਗਤ ਕੀ ਬੰਦ। ਬੈਠੇ ਨੇ ਆਪਣੇ ਘਰਾਂ ਵਿੱਚ ਹੱਥ ਤੇ ਹੱਥ ਰੱਖ ਕਰਕੇ। ਜੋ ਸੰਗਤਾਂ ਧਨ ਦਿੰਦੀਆਂ ਹੀ, ਸੰਗਤਾਂ ਨੇ ਮਹਾਰਾਜ ਦੇ ਹੁਕਮ ਨੂੰ ਪਾ ਕੇ ਧਨ ਦੇਣੋਂ ਹਟ ਗਏ। ਮਸੰਦਾਂ ਨੂੰ ਬੰਦ ਹੋ ਗਿਆ ਧਨ ਆਉਣਾ। ਸ੍ਰੀ ਗੁਰ ਕਹਿਓ ਮਸੰਦ ਨ ਮੇਰੇ। ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਹੁਣ ਅੱਜ ਤੋਂ ਬਾਅਦ ਮੇਰੇ ਮਸੰਦ ਨਹੀਂ ਆ। ਇਹ ਮਸੰਦਾਂ ਨੇ ਪਾਪ ਕੀਤਾ। ਸੰਗਤ ਜੀ ਅੱਜ ਤੋਂ ਬਾਅਦ ਮੈਂ ਮਸੰਦ ਤਿਆਗ ਦਿੱਤੇ ਆ। ਇਹ ਉਹ ਗੁਰੂ ਨੇ ਜਿਹੜੇ ਆਪਣੇ ਪੁੱਤ ਨੂੰ ਤਿਆਗ ਦਿੰਦੇ ਆ।
ਜੇ ਆਪਣਾ ਪੁੱਤ ਤਿਆਗ ਸਕਦੇ ਤੇ ਮਸੰਦਾਂ ਨੂੰ ਤਿਆਗਣਾ ਔਖਾ ਕੋਈ ਨਹੀਂ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਹੁਣ ਇਹ ਮੇਰੇ ਮਸੰਦ ਨਹੀਂ ਹਨ, ਸਿੱਖਨ ਪਰ ਇਹ ਰਾਖਸ਼ ਠੇਰੇ। ਇਹ ਸਿੱਖਾਂ ਦੇ ਉੱਪਰ ਰਾਖਸ਼ ਨੇ ਮਸੰਦਤਾ, ਜੋ ਮੇਰੇ ਸਿੱਖਾਂ ਨੂੰ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਆ, ਇਹ ਮੇਰੇ ਮਸੰਦ ਨਹੀਂ, ਇਹ ਦੁਸ਼ਟ ਹਨ, ਰਾਖਸ਼ ਹਨ ਸਿੱਖਾਂ ਦੇ ਉੱਪਰ। ਕਿਤਕ ਮਸੰਦ ਬੰਦ ਕਰ ਕਹਿਓ। ਤੇ ਇਧਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਮਸੰਦ ਬੰਦ ਕਰ ਕਹਿਓ। ਇਧਰ ਕਿਤਕ ਕਈ ਮਸੰਦ ਜਿਹੜੇ ਸਨ ਉਹ ਹੱਥ ਜੋੜ ਕਰਕੇ ਜਦੋਂ ਹੁਣ ਦੇਖਿਆ ਵੀ ਧਨ ਹੋਣੋਂ ਬੰਦ ਹੋ ਗਿਆ, ਤੋਰੀ ਫੁਲਕਾ ਮਸੰਦਾਂ ਦਾ ਵੀ ਬੰਦ ਹੋ ਗਿਆ, ਸੰਗਤ ਦੀ ਕਾਰ ਸੇਵਾ ਲੈਣੀ ਆ ਤੇ ਕਿੰਨਾ ਚੋਰੀ ਕਰ ਲੈਂਦੇ, ਥੋੜਾ ਜਿਹਾ ਗੁਰੂ ਕਰ ਦੇ ਦਿੰਦੇ। ਆਹ ਕੰਮ ਹੀ ਮਸੰਦਾਂ ਦਾ। ਜਦੋਂ ਧਨ ਆਉਣਾ ਬੰਦ ਹੋ ਗਿਆ ਉਸ ਵੇਲੇ ਮਸੰਦ ਵੇਲੇ ਦੁਖੀ ਹੋਏ, ਮਹਾਰਾਜ ਦੇ ਕੋਲ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਕਰੀ ਏਕ ਨੇ ਦੁੱਖ ਸਭ ਲਹਿਓ। ਮਹਾਰਾਜ ਗਲਤੀ ਇੱਕ ਨੇ ਕੀਤੀ, ਸਜ਼ਾ ਸਾਰਿਆਂ ਨੂੰ ਮਿਲੀ ਹੈ। ਪਤਾ ਪ੍ਰਥਮ ਕੀ ਬਖਸ਼ਣ ਕਰੀ ਹੈ। ਜੋ ਪਹਿਲਾਂ ਗਲਤੀਆਂ ਹੋਈਆਂ ਨੇ ਉਹ ਗਲਤੀਆਂ ਮਹਾਰਾਜ ਬਖਸ਼ ਦਿਓ ਜੀ। ਆਪਣੇ ਜਾਨ ਦਇਆ ਔਰ ਧਰੀ ਹੈ। ਆਪਣੇ ਜਾਣ ਕਰਕੇ ਸਾਡੇ ਉੱਪਰ ਆਪਣੀ ਦਇਆ ਰੱਖੋ। ਅਬ ਤੇ ਜੋ ਸਿੱਖ ਕੇ ਘਰ ਜਾਏ। ਅੱਜ ਤੋਂ ਬਾਅਦ ਮਹਾਰਾਜ ਜੋ ਵੀ ਸਿੱਖ ਦੇ ਘਰ ਜਾਵੇਗਾ, ਖੁਸ਼ੀ ਹੋਏ ਦੇ ਸੋ ਹਮ ਲਿਆਏ। ਜੇ ਸਿੱਖ ਖੁਸ਼ ਹੋ ਕੇ ਜੋ ਦੇ ਦੇਵੇਗਾ ਉਹ ਲੈ ਆਵਾਂਗੇ, ਮੰਗਾਂਗੇ ਨਹੀਂ ਕਿਸੇ ਕੋਲੋਂ, ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ। ਅੱਜ ਤੋਂ ਬਾਅਦ ਜੋ ਸਿੱਖ ਆਪਣੀ ਰੁਚੀ ਅਨੁਸਾਰ ਜੋ ਦੇ ਦੇਵੇਗਾ ਉਹੀ ਲਿਆਵਾਂਗੇ। ਸਗਰੇ ਮਾਰੇ ਏਕ ਪਿਸ਼ਾਰੀ। ਮਹਾਰਾਜ ਇੱਕ ਮਸੰਦ ਦੀ ਗਲਤੀ ਕਰਕੇ ਸਾਰੇ ਦੇ ਸਾਰੇ ਮਸੰਦ ਮਾਰੇ ਗਏ। ਅਬ ਵਰਤਹਿ ਗੁਰ ਵਚ ਅਨੁਸਾਰੀ। ਮਹਾਰਾਜ ਪਹਿਲਾਂ ਤੇ ਹੰਕਾਰ ਹੋ ਗਿਆ ਹੀਗਾ, ਹੁਣ ਹੰਕਾਰ ਮਸੰਦਾਂ ਦਾ ਦੂਰ ਹੋਇਆ। ਕਹਿੰਦੇ ਮਹਾਰਾਜ ਹੁਣ ਅਸੀਂ ਤੁਹਾਡੇ ਅਨਸਾਰੀ ਵਰਤਾਂਗੇ ਜੀ। ਸੁਨ ਸ਼੍ਰੀ ਮੁਖ ਤੇ ਤਵੇ ਉਚਾਰਾ। ਇੰਝ ਸੁਣ ਕੇ ਗਰੀਬ ਨਿਵਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਕਹੇ। ਸਿੱਖ ਸਿਦਕ ਕੋ ਹੋਈ ਨਿਰਤਹਾਰਾ। ਮਾਰੇ ਕਹਿੰਦੇ ਭਾਈ ਸਿੱਖੋ ਮਸੰਦੋ ਸਿੱਖ ਹੁਣ ਸਿਦਕ ਵਾਲੇ ਹੋ ਗਏ ਨੇ। ਸਾਰੇ ਸਿੱਖ ਜਿਹੜੇ ਹਨ ਸਿੱਖ ਸਿਦਕ ਦੇ ਹਨ। ਨਿਰਣਾ ਕਰ ਲੋ, ਇਹ ਹੁਣ ਸਿੱਖਾਂ ਨੇ ਸਿਦਕ ਧਾਰਨ ਕਰ ਲਿਆ ਹੈ। ਕਾਲ ਕਲੂ ਕੋ ਸੁਣੀਐ ਭਾਈ। ਇਹ ਹੁਣ ਭਾਈ ਸੁਣੋ, ਕਾਲ ਕਲੂ ਕੋ ਭਰਾਓ, ਇਹ ਕਲਯੁਗ ਦਾ ਸਮਾਂ ਹੈ ਹੁਣ। ਦੁਸ਼ਤਰ ਜੀ ਸਿੱਖੀ ਨਿਭਾਈ। ਤੇ ਕਲਯੁਗ ਦਾ ਜਿਹੜਾ ਸਮਾਂ ਹੈ, ਇਸ ਕਲਯੁਗ ਦੇ ਸਮੇਂ ਵਿੱਚ ਸਿੱਖੀ ਨਿਭਾਉਣੀ ਬੜੀ ਔਖੀ ਹੋ ਗਈ ਆ। ਸਾਰੇ ਪਾਸੇ ਸਿੱਖੀ ਦੇ ਦੁਸ਼ਮਣ ਸਿੱਖੀ ਨੂੰ ਢਾਹ ਲਾਉਣ ਲੱਗੇ ਹੋਏ ਹਨ ਤੇ ਸਿੱਖੀ ਜਿਹੜੀ ਆ ਕਮਾਉਣੀ ਬੜੀ ਔਖੀ ਹੋ ਗਈ ਆ। ਕੁਛ ਘਾਟਾ ਤਨ ਕੇ ਕਰਮ ਨ ਹੈ। ਗੁਰੂ ਘਰ ਦੇ ਵਿੱਚ ਧਨ ਦਾ ਗੁਰ ਘਰ ਮੈਂ ਨ। ਗੁਰੂ ਘਰ ਦੇ ਵਿੱਚ ਕੋਈ ਧਨ ਦਾ ਘਾਟਾ ਨਹੀਂ ਆ। ਮਸੰਦੋ ਤੁਹਾਨੂੰ ਤਾਂ ਅਸੀਂ ਵੀ ਅਸੀਂ ਧਨ ਲਿਆਉਂਦੇ ਆ ਤਾਂ ਗੁਰੂ ਘਰ ਦਾ ਪ੍ਰਬੰਧ ਚੱਲਦਾ। ਇੱਥੇ ਕੋਈ ਕਮੀ ਨਹੀਂ ਗੁਰੂ ਨਾਨਕ ਦੇ ਘਰ ਵਿੱਚ ਧਨ ਦੀ। ਜਿਸ ਘਰ ਨੂੰ ਤੁਸੀਂ ਧਨ ਦਿੰਦੇ ਹੋ ਉਹ ਘਰ ਸਾਰਿਆਂ ਨੂੰ ਧਨ ਦਿੰਦਾ, ਤਾਂ ਹੀ ਤੁਹਾਡੇ ਕੋਲ ਧਨ ਆਉਂਦਾ ਹੈ। ਮਸੰਦੋ ਸਿੱਖ ਥੈਲੀ ਦੇ ਕੇ ਹਵੇਲੀ ਮੰਗਦੇ ਆ ਗੁਰੂ ਘਰੋਂ, ਤੇ ਗੁਰੂ ਘਰ ਕਾਹਦਾ ਧਨ ਦੀ ਕਮੀ ਆ? ਕੋਈ ਘਾਟਾ ਨਹੀਂ, ਕੋਈ ਕਮੀ ਨਹੀਂ ਗੁਰੂ ਘਰ ਵਿੱਚ ਧਨ ਦੀ। ਬਿਨ ਬੋਲੇ ਨਹਿ ਗਮਨੋ ਸਿੱਖ ਗ੍ਰਹਿ। ਅੱਜ ਤੋਂ ਬਾਅਦ ਤੁਸੀਂ ਬਗੈਰ ਬੁਲਾਏ ਸਿੱਖ ਦੇ ਘਰ ਨਹੀਂ ਜੇ ਜਾਣਾ। ਸਿੱਖ ਜੇ ਬੁਲਾਵੇ ਤਾਂ ਜਾਣਾ, ਤੇ ਜੇ ਨਹੀਂ ਬੁਲਾਉਂਦਾ ਸਿੱਖ ਦੇ ਘਰ ਮਸੰਦੋ ਨਹੀਂ ਜੇ ਜਾਣਾ। ਗੁਰ ਕੋ ਹੁਕਮ ਬਿਦਤ ਭਾਜਵੈ। ਜਦੋਂ ਇਹ ਹੁਕਮ ਗੁਰੂ ਸਾਹਿਬ ਜੀ ਦਾ ਬਿਦਤ ਹੋ ਗਿਆ, ਬੰਦ ਮਸੰਦ ਹੋਤ ਭੇਤਵੈ। ਤਦੋਂ ਸਾਰੇ ਮਸੰਦ ਜਿਹੜੇ ਸਿੱਖਾਂ ਦੇ ਘਰਾਂ 'ਚ ਜਾਂਦੇ, ਸਿੱਖਾਂ ਨੂੰ ਤੰਗ ਪਰੇਸ਼ਾਨ ਕਰਦੇ, ਬਈ ਇੰਨੀ ਦਸਮਨ ਦੀ ਮਾਇਆ, ਇਹ ਕੁਝ ਜੋ ਕੁਝ ਵੀ ਹੈ ਲੈ ਕੇ ਆਓ, ਹਾਜ਼ਰ ਕਰੋ। ਅੱਜ ਤੋਂ ਬਾਅਦ ਮਸੰਦ ਸਿੱਖਾਂ ਦੇ ਘਰਾਂ 'ਚ ਨਹੀਂ ਜੇ ਜਾਂਦੇ। ਦਾਰਿਦ ਭਇਓ ਨਹੀਂ ਕੁਛ ਪਾਵੈ। ਮਸੰਦ ਤਾਂ ਹੁਣ ਕੰਗਾਲ ਹੋ ਗਏ ਨੇ, ਦਲਿੱਦਰ ਪੈ ਗਿਆ, ਧਨ ਕਿਤੇ ਆਉਂਦਾ ਨਹੀਂ ਆ, ਕੁਝ ਲੱਭਦਾ ਨਹੀਂ। ਮੇਰੀ ਗੁਜਰੀ ਟਿਗ ਨਿਤ ਚੱਲ ਆਵੈ। ਹੁਣ ਮਸੰਦ ਮਾਤਾ ਗੁਜਰੀ ਜੀ ਦੇ ਕੋਲ ਚਲੇ ਜਾਂਦੇ ਹਨ। ਅਨਕ ਭਾਂਤ ਕੀ ਬਾਤ ਸੁਣਾਵੈ। ਇੱਕ ਤਰ੍ਹਾਂ ਨਹੀਂ ਅਨੇਕਾਂ ਤਰ੍ਹਾਂ ਦੀਆਂ ਗੱਲਾਂ ਬਣਾ ਕਰਕੇ ਪੇਸ਼ ਕਰਦੇ ਹਨ। ਕਰੈ ਫਿਰਾਦ ਕਲੇਸ਼ ਬਤਾਵੈ। ਇਸ ਤਰ੍ਹਾਂ ਮਾਤਾ ਜੀ ਨੂੰ ਦੱਸਦੇ ਹਨ, ਫਰਿਆਦ ਕਰਦੇ ਆ, ਮਾਤਾ ਜੀ ਬੜਾ ਕਲੇਸ਼ ਹੈ, ਉਹ ਦੱਸਦੇ ਹਨ। ਸੁਨੋ ਮਾਤ ਜੀ ਰੀਤ ਹਮੇਸ਼ਾ। ਮਾਤਾ ਜੀ ਤੁਸੀਂ ਸੁਣੋ, ਇਹ ਤਾਂ ਰੀਤ ਹਮੇਸ਼ਾ ਦੀ ਹੈ, ਰੋਜ਼
ਰੋਜ਼ ਦੀ ਰੀਤ ਹੈ। ਗੁਰ ਕਰਕੇ ਥੇ ਕਾਜ ਅਸ਼ੇਸ਼ਾ। ਦੇਖੋ ਗੁਰੂ ਘਰ ਦੇ ਕਿੱਡੇ ਕਿੱਡੇ ਕੰਮ ਸਨਗੇ ਵੱਡੇ ਵੱਡੇ। ਜਬ ਕੀ ਕਰੀ ਕਾਰ ਸਭ ਬੰਦ। ਜਦੋਂ ਮਹਾਰਾਜ ਨੇ ਮਸੰਦਾਂ ਦੀ ਕਾਰ ਭੇਟਾ ਸਾਰੀ ਬੰਦ ਕਰਤੀ। ਸਨੇ ਸਨੇ ਪਰ ਗਏ ਸਭ ਮੰਦ। ਹੌਲੀ ਹੌਲੀ ਜਿਹੜੇ ਹਨ ਸਾਰੇ ਜਿਹੜੇ ਹਨ ਪਰ ਗਏ ਮੰਦ, ਕੰਮ ਹੌਲੇ ਪੈ ਗਏ, ਮੰਦੇ ਪੈ ਗਏ। ਨਹੀਂ ਆਮਦਨ ਧਨ ਕੀ ਹੋਏ। ਆਮਦਨੀ ਹੁਣ ਧਨ ਦੀ ਹੁੰਦੀ ਨਹੀਂ ਪਈ ਗੁਰੂ ਘਰ 'ਚ। ਨਹੀਂ, ਗੁਰੂ ਘਰ 'ਚ ਤਾਂ ਆਮਦਨੀ ਹੈ ਹੀ ਆ ਧਨ ਦੀ। ਮਸੰਦਾਂ ਦੀ ਜੇਬ ਨਹੀਂ ਜੇ ਹੁਣ ਭਰਦੀ ਪਈ। ਮਸੰਦ ਜਿਹੜੇ ਸੰਗਤ ਦਾ ਫੋਕਟ ਦਾ ਖਾਣਾ ਗਿੱਜ ਗਈ, ਉਹਦੇ ਕਰਕੇ ਮਾਤਾ ਜੀ ਨੂੰ ਸਿਫਾਰਸ਼ਾਂ ਕਰਦੇ, ਮਾਤਾ ਜੀ ਹੁਣ ਆਉਂਦਾ ਹੀ ਨਹੀਂ ਧਨ ਕਿਤੇੋਂ ਵੀ। ਦੇਨ ਲੈਨ ਪੁਨ ਕਿਮ ਕਰ ਹੋਏ। ਤੇ ਜੇ ਧਨ ਨਹੀਂ ਆਊ ਲੈਣ ਦੇਣ ਫਿਰ ਕਿਵੇਂ ਹੋਵੇਗਾ। ਇਤਿਆਦਿਕ ਨਿਤ ਮਾਤਾ ਪਾਸ। ਇਤਿਆਦਿਕ ਮਾਤਾ ਕੋਲ ਫਰਿਆਦਾਂ ਕਰਦੇ ਨੇ ਮਸੰਦ। ਬ੍ਰਿੰਦ ਮਸੰਦ ਸੋ ਕਰੈ ਪ੍ਰਕਾਸ਼। ਬਹੁਤ ਸਾਰੇ ਮਸੰਦ ਇਸ ਤਰ੍ਹਾਂ ਬੇਨਤੀਆਂ ਕਰਦੇ ਹਨ। ਕਹੇ ਤਿਨ ਹੋ ਕੇ ਇੱਕ ਦਿਨ ਮਾਈ। ਇੱਕ ਦਿਨ ਮਾਤਾ ਜੀ ਨੇ ਮਸੰਦਾਂ ਦੇ ਕਹੇ ਕਹਾਏ। ਛੋਟੀ ਵੰਸ ਮੁਕਟ ਢਿਗ ਆਈ। ਤੇ ਮਾਤਾ ਜੀ ਆਪਣੇ ਸਾਹਿਬਜ਼ਾਦੇ ਕੋਲ ਸੋਢੀਆਂ ਦੇ ਬੰਸ ਦੇ ਗਹਿਣਾ ਸਰੂਪ ਭੂਸ਼ਣ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਆਏ। ਕਹਿਤ ਭਾਈ ਬੇਟਾ ਸੁਨ ਅਵੈ। ਆਖਣ ਲੱਗੇ ਮਾਤਾ ਗੁਜਰ ਕੌਰ ਜੀ, ਕਹਿਣ ਲੱਗੇ ਪੁੱਤਰ ਹੁਣ ਸੁਣਨਾ ਕਰੋ ਜੀ। ਕਿਵ ਸੰਸਾਰ ਕੋ ਕਾਰਜ ਨਿਵੈ। ਸੰਸਾਰ ਦਾ ਇਹ ਕੰਮ ਕਿਵੇਂ ਨਿਭੇਗਾ ਇਸ ਤਰ੍ਹਾਂ। ਕਿਮ ਲੰਗਰ ਸਿੰਘਨ ਕੋ ਹੋਏ। ਸਿੰਘ ਇੰਨੇ ਸਾਰੇ ਹਨ, ਫੌਜ ਵੱਧਦੀ ਜਾ ਰਹੀ ਹੈ, ਲੰਗਰ ਕਿਵੇਂ ਚੱਲਣਗੇ। ਬੰਦ ਕਾਰ ਸੰਗਤ ਕੀ ਜੋਈ। ਕਿਉਂਕਿ ਜਿਹੜੇ ਮਸੰਦ ਮਾਇਆ ਲਿਆਉਂਦੇ ਹੀ ਉਹ ਮਸੰਦ ਹਟ ਗਏ, ਸੰਗਤ ਦੀ ਕਾਰ ਬੰਦ ਹੋ ਗਈ ਹੈ। ਸਿਰੇ ਪਾਉਲੇ ਸਿੱਖ ਵਡੇਰੇ। ਤੇ ਇਸ ਤਰ੍ਹਾਂ ਜਿਹੜੇ ਸਿਰੇ ਪਾਓ ਲੈਣ ਬੜੇ ਬੜੇ ਸਿੱਖ ਜਿਹੜੇ ਵੱਡੀ ਸੇਵਾਵਾਂ ਲੈ ਕੇ ਆਉਂਦੇ ਹਨ, ਸਰੋਪਾਓ ਲੈ ਕਰਕੇ। ਇਤਿਆਦਿਕ ਜੇ ਕਾਜ ਕਨੇਰੇ। ਇਤਿਆਦਿਕ ਜਿਹੜੇ ਵੱਡੇ ਕੰਮ ਹਨ, ਸਰੋਪਾਵਾਦ ਵੱਡੇ ਸਿੱਖਾਂ ਦੇਣੇ, ਹੋਰ ਲੰਗਰ ਦੇ ਰਾਸ਼ਨ ਪਾਣੀ ਪ੍ਰਬੰਧ ਕਰਨੇ, ਵੱਡੇ ਵੱਡੇ ਕੰਮ ਕਿਵੇਂ ਨਿਭਣਗੇ। ਕੰਮ ਨਿਰਬਾਹੋ ਬਿਨਾ ਧਨ ਆਏ। ਤੇ ਧਨ ਤੋਂ ਬਿਨਾਂ ਕਿਵੇਂ ਗੁਜ਼ਾਰਾ ਹੋਏਗਾ। ਸਗਰੇ ਵਰਜ ਮਸੰਦ ਹਟਾਏ। ਇਹ ਤਾਂ ਸਾਰੇ ਮਸੰਦ ਜਿਹੜੇ ਹਨ ਉਹ ਹਟਾ ਦਿੱਤੇ ਹਨ। ਪੱਖ ਕੀ ਬਾਤ ਮਾਤ ਤੇ ਸੁਣੀ। ਇਸ ਤਰ੍ਹਾਂ ਪੱਖ ਵਾਲੀ ਗੱਲ ਗੁਰੂ ਸਾਹਿਬ ਜੀ ਨੇ ਮਾਤਾ ਜੀ ਕੋਲੋਂ ਸੁਣੀ। ਗੁਰ ਕੇ ਹਿਰਦੇ ਭਾਈ ਰਿਸ ਕਨੀ। ਪਹਿਲਾਂ ਮਸੰਦਾਂ ਤੇ ਨਾਰਾਜ਼ ਸੀ ਮਹਾਰਾਜ, ਹੋਰ ਨਾਰਾਜ਼ ਮਸੰਦਾਂ ਦੇ ਉੱਤੇ ਹੋ ਗਏ ਨੇ, ਹੋਰ ਗੁੱਸੇ ਹੋਏ। ਮਾਂ ਕਹਿੰਦੇ ਮਸੰਦ ਜਿਹੜੇ ਹਨ ਮੇਰੇ ਸੰਗਤਾਂ ਨੂੰ ਪਰੇਸ਼ਾਨ ਤੰਗ ਕਰਦੇ ਹਨ। ਸਿੱਖੋ ਹੁਣ ਤੁਹਾਡੇ ਘਰ ਕੋਈ ਮਸੰਦ ਆਵੇ ਮੰਗਣ ਵਾਸਤੇ, ਕੁੱਟ ਦਿਆ ਕਰੋ ਫੜ ਕੇ। ਇਉਂ ਹੋਰ ਬੜੀ ਨਾਰਾਜ਼ਗੀ ਗੁਰੂ ਸਾਹਿਬ ਨੇ ਮਸੰਦਾਂ ਦੇ ਉੱਪਰ ਕੀਤੀ। ਸੁਨ ਕਰ ਡਰ ਉਰ ਸਿੰਘਨ ਧਾਰਾ। ਇੰਜ ਸੁਣਿਆ ਜਦੋਂ ਤੇ ਡਰ ਗਏ ਨੇ ਸਾਰੇ ਮਸੰਦ, ਸਿੰਘ ਵੀ ਘਬਰਾ ਗਏ। ਹੱਥ ਜੋੜ ਕਰ ਬਿਨੈ ਉਚਾਰਾ। ਹੱਥ ਜੋੜ ਕਰਕੇ ਬੇਨਤੀ ਕੀਤੀ ਮਹਾਰਾਜ ਸਾਹਿਬ ਦੇ ਚਰਨਾਂ 'ਚ। ਰਾਵਰ ਵਾਕ ਰਾਮ ਕੇ ਬਨ। ਮਹਾਰਾਜ ਜੀ ਤੁਹਾਡੇ ਜਿਹੜੇ ਬਚਨ ਨੇ ਉਹ ਬਹੁਤ ਜਿਵੇਂ ਰਾਮਚੰਦਰ ਜੀ ਦੇ ਤੀਰ ਕਹਿੰਦੇ ਆ ਚੁੱਕ ਸਨ, ਇਸ ਤਰ੍ਹਾਂ ਤੁਹਾਡੇ ਕਲਯੁਗ ਵਿੱਚ ਬਚਨ ਜਿਹੜੇ ਹਨ ਉਹ ਅਮਿਟ ਹਨ ਜੀ। ਸਫਲ ਹੋਤ ਨਹੀਂ ਸਭ ਜਾਨਾ। ਸਾਰਾ ਜਗ ਜਾਣਦਾ ਤੁਹਾਡੇ ਜਿਹੜੇ ਬਚਨ ਨੇ ਨਿਸਫਲ ਕਦੇ ਨਹੀਂ ਜੇ ਜਾਂਦੇ, ਸਫਲ ਹੁੰਦੇ ਹਨ। ਕਿਰਪਾ ਕਰੋ ਸਭ ਕੋ ਰੱਖ ਲੀਜੈ। ਮਹਾਰਾਜ ਕਿਰਪਾ ਕਰੋ ਬਚਾ ਲਿਓ, ਸਾਰਿਆਂ ਨੂੰ ਰੱਖ ਲਿਓ ਜੀ। ਭਲੇ ਬਾਕ ਸਭ ਕੋ ਕਹਿ ਦੀਜੈ। ਇਸ ਤਰ੍ਹਾਂ ਭਲੇ ਗੱਲ ਸਾਰਿਆਂ ਦੇ ਹਿੱਤ ਦੀ ਗੱਲ ਆਪ ਜੀ ਕਹਿ ਦਿਓ। ਸੁਨ ਸ਼੍ਰੀ ਮੁਖ ਤੇ ਬਹੁਰ ਉਚਾਰੀ। ਆਪਣੇ ਮੁਖਾਰ ਬੇਨ ਤੋਂ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਬਾਬਾ ਨਾਨਕ ਜਗ ਗੁਰ ਪਹਾਰੀ। ਆਖਿਆ ਗੁਰੂ ਨਾਨਕ ਸਾਹਿਬ ਜਗਤ ਦੇ ਭਾਰੀ ਗੁਰੂ ਹਨ। ਬਾਬਾ ਨਾਨਕ ਸਾਹਿਬ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਭਾਰੀ ਗੁਰੂ ਹਨ। ਤਿਨ ਕੋ ਕਹੇ ਬਾਕਨ ਅਬੇਰਾਮੇ। ਤੇ ਉਹਨਾਂ ਦੇ ਜਿਹੜੇ ਬਚਨ ਨੇ ਉਹਨਾਂ ਦਾ ਜੋ ਹੁਕਮ ਹੈ ਉਹੀ ਹੋਵੇਗਾ। ਵਰਤੋਂ ਗਾ ਪਹਿਰਾਉ 10 ਬਾਮੇ। ਉਹਨਾਂ ਨੇ ਇਹ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਮੈਂ 10 ਜਾਮਿਆਂ 'ਚ ਵਰਤਣਾ। 11ਵਾਂ ਜਾਮਾ ਫਿਰ ਸਰੀਰ ਧਾਰੀ ਨਹੀਂ ਜੇ ਹੋਣਾ, ਸ਼ਬਦ ਗੁਰੂ ਦੇ ਵਿੱਚ ਅਭੇਦ ਹੋਣਾ ਹੈ ਨਾ ਗੁਰੂ ਜੀ ਨੇ। ਤਾਂ ਕਰਕੇ ਬਾਬਾ ਨਾਨਕ ਸਾਹਿਬ ਜੀ ਨੇ ਕਿਹਾ ਸੀ ਮੈਂ 10 ਜਾਮਿਆਂ ਦੇ ਵਿੱਚ ਵਰਤਾਂਗਾ। ਭਾਣਾ ਇਸੀ ਤਰ੍ਹਾਂ ਸਭ ਹੋਵੇ। ਇਹ ਸਾਰਾ ਕੁਝ ਪਰਮੇਸ਼ਰ ਦਾ ਭਾਣਾ, ਉਹਦੀ ਰਜ਼ਾ 'ਚ ਹੀ ਹੋਣਾ।
ਇਹ ਮਸੰਦ ਜਿਹੜੇ ਆ ਇਹਨਾਂ ਦਾ ਕਟਾਪਾ ਸਭ ਕੋ ਉਹਨਾਂ ਦੇ ਹੁਕਮ 'ਚ ਮਾਲਕ ਦੇ ਭਾਣੇ ਵਿੱਚ ਹੀ ਆ ਜਿਹੜੇ ਮਸੰਦ ਹਟਾਏ ਹਨ। ਨਹੀਂ ਇਹਨਾਂ ਮਸੰਦਾਂ ਨੇ ਅਗਾਂ ਐਂ ਕਰਨਾ ਵੀ ਗੁਰੂ ਬਣ ਬੈਠਣਾ ਸੀਗਾ। ਇਹ ਮਸੰਦ ਜਿਹੜੇ ਨੇ ਇਹਨਾਂ ਮਸੰਦਾਂ ਨੇ 10 ਜਾਮੇ ਤਾਂ ਗੁਰੂ ਸਾਹਿਬ ਦੇ ਹੀ ਨੇ, ਤੇ ਜਦੋਂ ਸ਼ਬਦ ਗੁਰੂ ਵਿੱਚ ਜੋਤ ਰੱਖ ਦੇਣੀ ਆ ਸਦਾ ਵਾਸਤੇ, ਸ਼ਬਦ ਗੁਰੂ 'ਚ ਜੋਤ ਟਿਕ ਜਾਣੀ, ਮਸੰਦਾ ਆਪਣੀ ਪੂਜਾ ਕਰਾਉਣ ਲੱਗ ਪਣੇ। ਇਹ ਦੇਹਧਾਰੀ ਪਖੰਡੀ ਮਸੰਦ ਗੁਰੂ ਬਣ ਕਰਕੇ ਤੇ ਇਸ ਤਰ੍ਹਾਂ ਮੁੜ ਕੇ ਲੋਕਾਂ ਨੂੰ ਗੁੰਮਰਾਹ ਕਰਿਆ ਕਰਨਗੇ। ਇਹ ਮਸੰਦ ਹੁਣ ਅੱਜ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਜੇ ਹੋਵੇਗਾ। ਤੇ ਜਿਹੜੇ ਹੁਣ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਸਰਬਤ ਘੋਲ ਪੀਂਦੇ ਫਿਰਦੇ ਆ, ਕਿੱਡੀ ਬੇਸਮਝੀ ਆ ਉਹਨਾਂ ਨੂੰ। ਸ਼ਬਦ ਗੁਰੂ 10 ਜਾਮਿਆਂ ਦੇ ਵਿੱਚ ਵਰਤਿਆ ਸਰੀਰ ਕਰਕੇ। ਉਸ ਤੋਂ ਬਾਅਦ ਕਿਹਾ ਵੀ ਅੱਜ ਤੋਂ ਬਾਅਦ ਮੇਰਾ ਸਰੀਰ ਗੁਰੂ ਨਹੀਂ ਹੈ, ਅੱਜ ਤੋਂ ਬਾਅਦ ਸ਼ਬਦ ਗੁਰੂ ਦੇ ਲੜ ਆਗਿਆ ਪਈ। ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਮੰਨਦੇ ਕਿਉਂ ਨਹੀਂ ਹੁਕਮ ਗੁਰੂ ਸਾਹਿਬ ਜੀ ਦਾ? ਸਭ ਸਿੱਖਣ ਕੋ, ਸਾਰੇ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਦੋਂ ਕਹਿਤਾ ਵੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਇਹ 10 ਗੁਰੂ ਸਾਹਿਬਾਨਾਂ ਦੇ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ, ਦੇਹਧਾਰੀ ਪਖੰਡੀਆਂ ਨੂੰ ਨਾ ਗੁਰੂ ਮੰਨੋ। ਫਿਰ ਕਿਉਂ ਭੱਜੇ ਫਿਰਦੇ ਆ? ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਢੋਲ ਟਮੱਕਾ ਸਰਬਰ ਦਾ, ਕੋਈ ਕਿੱਧਰ ਨੂੰ ਭੱਜਿਆ ਫਿਰਦਾ ਤੇ ਕੋਈ ਕਿੱਧਰ ਨੂੰ ਭੱਜਿਆ ਫਿਰਦਾ। ਸ਼ਬਦ ਗੁਰੂ ਦੇ ਲੜ ਲੱਗੋ, ਬਾਣੀ ਪੜਿਆ ਕਰੋ, ਨਿਤਨੇਮ ਕਰਿਆ ਕਰੋ, ਸ਼ਬਦ ਦਾ ਅਭਿਆਸ ਕਰੋ। ਜੋ ਕੁਝ ਲੱਭਦੇ ਫਿਰਦੇ ਹੋ ਦੇਹਧਾਰੀ ਪਖੰਡੀਆਂ ਕੋਲੋਂ, ਤੇ ਸ਼ਬਦ ਗੁਰੂ ਵਿੱਚੋਂ ਲੱਭਦਾ। ਉਹ ਕਿੱਥੋਂ ਲੈਂਦੇ ਆ? ਉਹ ਵੀ ਤਾਂ ਭਾਈ ਸ਼ਬਦ ਗੁਰੂ ਵਿੱਚੋਂ ਹੀ ਲੈਂਦੇ ਆ। ਤੇ ਤੁਸੀਂ ਸਿੱਧਾ ਹੀ ਵਿੱਚ ਵਿਚੋਲੇ ਕਾਹਦੇ ਵਾਸਤੇ ਪਾਉਂਦੇ ਫਿਰਦੇ ਹੋ? ਵਿੱਚ ਵਿਚੋਲੇ ਹਟਾ ਕੇ ਸਿੱਧਾ ਸ਼ਬਦ ਗੁਰੂ ਦੇ ਲੜ ਲੱਗੋ। ਸਾਨੂੰ ਗੁਰੂ ਦੇ ਲੜ ਲਾਇਆ, ਸ਼ਬਦ ਗੁਰੂ ਦੇ ਉਪਾਸਕ ਬਣਾਇਆ, ਅਕਾਲ ਦੇ ਪੁਜਾਰੀ ਬਣਾਇਆ। ਤੇ ਜਿਨ੍ਹਾਂ ਦਾ ਅਕਾਲ ਹੁੰਦਾ ਉਹਨਾਂ ਦੀ ਕਿਉਂ ਪੂਜਾ ਕਰਦੇ ਫਿਰਦੇ ਆ? ਜਦੋਂ ਅਸੀਂ ਅਕਾਲ ਦੇ ਪੁਜਾਰੀ ਆ ਤੇ ਅਕਾਲ ਦੇ ਪੁਜਾਰੀ ਕਹਾਉਣ ਵਾਲਿਓ ਅਕਾਲ ਨੂੰ ਕਿਉਂ ਪੂਜੀ ਜਾ ਰਹੇ ਆ? ਕੋਈ ਕਫਣੀਆਂ ਲੈ ਕਰਕੇ ਜੰਡਿਆਂ ਨੂੰ ਬੰਨ੍ਹਦਾ ਫਿਰਦਾ, ਕੋਈ ਦੀਵੇ ਬਾਲਦਾ ਫਿਰਦਾ। ਕਬੀਰ ਹਰ ਕਾ ਸਿਮਰਨ ਛਾੜ ਕੇ ਉਹੀ ਰੱਖੇ ਨਾਰ। ਤੇ ਇਸ ਤਰ੍ਹਾਂ ਦੇ ਕੰਮ ਕਰਦਾ ਗਧੀ ਹੋਏ ਕਿ ਉਤਰੇ ਭਾਰ ਸਹਿਮਨ। ਕੋਈ ਵਰਤ ਆਦਿਕ ਰੱਖਦਾ ਫਿਰਦਾ, ਮੁੜ ਕੇ ਭਾਵੇਂ ਮਨੁੱਖ ਜਨਮ ਤੋਂ ਬਾਅਦ ਟੇਢੀਆਂ ਜੂਨਾਂ ਵਿੱਚ ਪੈਣਾ ਪੈਂਦਾ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਉਣ ਜਾਵੇ। ਸਾਮਾਂ ਪੈ ਗਈਆਂ, ਵੀਰਵਾਰ ਵੇਖਣ ਵਾਲਾ ਹੁੰਦਾ। ਪੀਰਾਂ ਦੀਆਂ ਕਬਰਾਂ ਤੇ ਦੀਵਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ। ਅਕਾਲ ਦੇ ਪੁਜਾਰੀ ਅਕਾਲ ਨੂੰ ਜਿਹੜਾ ਵਿਚਾਰਾ ਮਰ ਕੇ ਕਬਰ 'ਚ ਪਿਆ ਹੋਇਆ ਤੇ ਤੁਸੀਂ ਉਹਨੂੰ ਵੀ ਪੂਜੀ ਜਾਂਦੇ ਆ। ਇੱਕ ਬੜੀ ਪਿਆਰੀ ਗਾਥਾ ਹੈ। ਜੱਟ ਜ਼ਿਮੀਂਦਾਰ ਸੀਗਾ, ਤਾਂ ਜੱਟ ਜ਼ਿਮੀਂਦਾਰ ਨੇ ਇੱਕ ਖੋਤਾ ਪਾਲਿਆ। ਉਹ ਖੋਤਾ ਪਾਲਿਆ ਤੇ ਖੋਤਾ ਪਾਲਣ ਨਾਲ ਉਹਦੀ ਸੇਵਾ ਕੀਤੀ ਖੋਤੇ ਨੇ ਬੜੀ। ਜਦੋਂ ਜ਼ਿਮੀਂਦਾਰ ਦੀ ਖੋਤੇ ਨੇ ਸੇਵਾ ਕੀਤੀ, ਪੱਠੇ ਢੋਇਆ ਕਰੇ, ਭਾਅ ਢੋਇਆ ਕਰੇ, ਬੜਾ ਸੌਖਾ ਹੋ ਗਿਆ। ਥੋੜੇ ਸਮੇਂ ਬਾਅਦ ਜ਼ਿਮੀਂਦਾਰ ਦਾ ਖੋਤਾ ਚੜ੍ਹਾਈ ਕਰ ਗਿਆ। ਜ਼ਿਮੀਂਦਾਰ ਦੇ ਮਨ 'ਚ ਖਿਆਲ ਆਈ ਵੀ ਮੈਂ ਖੋਤਾ ਪਾਲਿਆ ਸੀਗਾ, ਇਹ ਮਰ ਗਿਆ ਹੀ ਹੁਣ, ਚਲੋ ਮੈਂ ਆਪਣੇ ਖੇਤ ਦੇ ਵਿੱਚ ਜਾ ਕੇ ਖੋਤਾ ਦੱਬ ਆਉਣਾ। ਉਹ ਜ਼ਿਮੀਂਦਾਰ ਆਪਣੇ ਖੇਤ ਵਿੱਚ ਖੋਤਾ ਦੱਬ ਆਇਆ। ਜ਼ਿਮੀਂਦਾਰ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਕੀ ਨਹੀਂ ਆਇਆ। ਉਹਨੇ ਇੱਕ ਉੱਚੀ ਜਿਹੀ ਢੇਰੀ ਬਣਾਤੀ, ਉੱਥੇ ਨਿਸ਼ਾਨੀ ਵੀ ਖੋਤਾ ਦੱਬਿਆ ਹੀ ਮੈਂ ਇੱਥੇ, ਨਾਲ ਇੱਕ ਦੀਵਾ ਵੀ ਬਾਲ ਆਇਆ ਉੱਥੇ। ਮਹੀਨੇ ਕੁ 2 ਮਹੀਨੇ ਬਾਅਦ ਉੱਥੋਂ ਮੁੜ ਆਇਆ। 2 ਮਹੀਨੇ ਬਾਅਦ 1.5-2 ਮਹੀਨੇ ਬਾਅਦ ਖੇਤ 'ਚ ਗੇੜਾ ਮਾਰਨ ਗਿਆ, ਉੱਥੇ 150-200 ਦੀਵਾ ਬਲਦਾ ਹੀ। ਜ਼ਿਮੀਂਦਾਰ ਹੈਰਾਨ ਪਰੇਸ਼ਾਨ ਵੀ ਖੋਤੇ ਦੀ ਪੂਜਾ ਕੌਣ ਕਰ ਗਿਆ? ਇਹਨੂੰ ਕਹਿੰਦੇ ਜਗਤ ਕੀ ਭੇਡਾ ਚਾਲ ਪਾਛੇ ਕੇ ਪਾਛੇ ਚਲੇ ਪਰਮਾਰਥ ਨਾ ਸੰਭਾਲ। ਦੇਖੋ ਜਗਤ ਕੀ ਮੂਰਤਾ, ਭਾਵੇਂ ਥੱਲੇ ਕਬਰ ਦੇ ਖੋਤਾ ਹੀ ਦੱਬਿਆ ਹੋਵੇ। ਅਸੀਂ ਦੀਵਾ ਤੇਲ ਲੈ ਕੇ ਦੀਵਾ ਬਾਲਣ ਤੋਂ ਹਟਦੇ ਨਹੀਂ, ਚਾਦਰ ਚਾੜਨ ਤੋਂ ਹਟਦੇ ਨਹੀਂ, ਦਰੂਦ ਚਾੜ ਕੇ ਖਾਣ ਤੋਂ ਹਟਦੇ ਨਹੀਂ। ਜ਼ਿਮੀਂਦਾਰ ਦਾ ਸਿਰ ਫਿਰਿਆ, ਕਹਿੰਦਾ ਜੇ ਮਹੀਨੇ 'ਚ ਬੰਦਾ 200 ਆਉਂਦਾ, 10-10 ਰੁਪਏ ਵੀ ਟੇਕ ਕੇ ਮੱਥਾ ਤੇ ਕਿੰਨਾ ਹੋ ਜਾਣਾ ਸੀ। ਤੇ ਮੈਂ ਜਿਹੜਾ ਨੱਕੇ ਮੋੜਨਾ, ਜੱਟਾਂ ਦਾ ਕੰਮ ਬੜਾ ਔਖਾ। ਅਸੀਂ ਜ਼ਿਮੀਂਦਾਰ ਹਾਂ, ਖੇਤਾਂ ਵਿੱਚ ਰਾਤਾਂ ਨੂੰ ਨੱਕੇ ਮੋੜਨੇ, ਪਾਣੀ ਲਾਉਣਾ, ਬਾਰੀ ਡੀਕਣੀ, ਫਸਲਾਂ ਪਾਲਣੀਆਂ, ਪੁੱਤਾਂ ਵਾਂਗੂ ਪਾਲਣੀਆਂ ਪੈਂਦੀਆਂ। ਅੱਜ 102 ਦਿਨ ਹੋ ਗਏ ਨੇ ਦਿੱਲੀ ਬਾਰਡਰਾਂ ਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ। ਫਿਰ ਵੀ 180। ਕੱਲ ਪਰਸੋਂ ਇੱਕ ਹੋਰ ਨੌਜਵਾਨ ਗੱਭਰੂ ਚੜ੍ਹਾਈ ਕਰ ਗਿਆ, ਤੇਜਿੰਦਰ ਸਿੰਘ, ਦਿੱਲੀ ਬਾਰਡਰ ਤੇ ਗਿਆ। ਪਤਾ 180 ਘਰਾਂ ਦੇ ਚਿਰਾਗ ਬੁਝ ਗਏ ਨੇ। ਹਲੇ ਤੱਕ ਵੀ ਸਰਕਾਰਾਂ ਜਿਹੜੀਆਂ ਨੇ ਉਹ ਕੋਈ ਨਿਆਂ ਕਾਨੂੰਨ ਕੋਈ ਵੀ ਨਹੀਂ, ਨਾ ਕਾਨੂੰਨ ਰੱਦ ਕਰਨ ਤੇ ਆਉਂਦੇ, ਨਾ ਉਹ ਕੋਈ ਨਿਆਂ ਹੀ ਦੇ ਰਿਹਾ। ਕੋਈ ਜੱਟਾਂ ਜ਼ਿਮੀਂਦਾਰਾਂ ਦੇ ਨਾਲ ਉਹਨਾਂ ਦਾ ਨਹੀਂ ਹੈ, ਪੂਰੇ ਭਾਰਤ ਦੇ ਨਾਗਰਿਕਾਂ ਦਾ ਅੰਦੋਲਨ ਹੈ। ਮੈਂ ਮੰਜੀ ਸਾਹਿਬ ਦੀਵਾਨ ਹਾਲ 'ਚੋਂ ਵੀ ਕਿਹਾ ਸੀਗਾ, ਜ਼ਿਮੀਂਦਾਰਾਂ ਦਾ ਸਾਥ ਦਿਓ।
ਜੇ ਜ਼ਿਮੀਂਦਾਰ ਕਮਜ਼ੋਰ ਪੈ ਗਿਆ ਤੇ ਸਾਰੀ ਦੁਨੀਆ ਦੇ ਕਿੱਤੇ ਕਮਜ਼ੋਰ ਪੈ ਜਾਣੇ ਆ। ਜੇ ਜ਼ਿਮੀਂਦਾਰ ਕਾਰਪੋਰੇਸ਼ਨ ਘਰਾਣੇ ਜਿਹੜੇ ਨੇ ਨਾ, ਇਹ ਕਾਰਪੋਰੇਟ ਘਰਾਣੇ ਖਾ ਜਾਣਗੇ ਤੁਹਾਨੂੰ। ਕੱਲ ਪਰਸੋਂ ਕੋਈ ਭੁੱਬਾ ਮਾਰ ਕੇ ਰੋਂਦਾ, ਕਹਿੰਦਾ ਗਿਆਨੀ ਜੀ ਆ ਵੇਖ ਲਓ ਸਾਡੀ ਕਣਕ 8-10 ਰੁਪਏ ਕਿਲੋ ਵਿਕਦੀ ਆ, ਹੱਦ 15 ਤੇ 20 ਰੁਪਏ ਕਿਲੋ, 70 ਰੁਪਏ ਕਿਲੋ ਕਣਕ ਆਉਣ ਲੱਗ ਪਈ ਆ ਸ਼ੋਰੂਮਾਂ 'ਚ। ਗਾਜਰਾਂ ਜਿਹੜੀਆਂ ਸਨਗੀਆਂ, ਗੋਭੀ ਦੇ ਫੁੱਲ ਆਏ ਸੀਗੇ 300 ਰੁਪਏ ਦਾ ਇੱਕ ਫੁੱਲ ਗੋਭੀ ਦਾ। ਮਰ ਜਾ ਜੇ ਜ਼ਿਮੀਂਦਾਰ ਕਮਜ਼ੋਰ ਪੈ ਗਿਆ ਤੇ ਪੂਰੇ ਭਾਰਤ ਵਰਸ਼ ਦੇ ਲੋਕ ਮਰ ਜਾਣਗੇ ਭੁੱਖੇ, ਕਾਲ ਪੈ ਜਾਵੇਗਾ। ਫਿਰ ਰੋ ਲਿਓ ਹੁਣ ਜੇ ਸਾਥ ਨਹੀਂ ਜੇ ਦਿੰਦੇ ਜ਼ਿਮੀਂਦਾਰਾਂ ਦਾ। ਸਾਥ ਦਿਓ ਜ਼ਿਮੀਂਦਾਰਾਂ ਦਾ, ਉਹਨਾਂ ਦੇ ਨਾਲ ਖੜੋ। 102 ਦਿਨ ਹੋ ਗਏ ਨੇ ਅੱਜ ਉਹਨਾਂ ਨੂੰ ਬੈਠੇ ਦਿੱਲੀ ਬਾਰਡਰਾਂ ਦੇ ਉੱਤੇ, ਪਰ ਕੋਈ ਸੁਣਵਾਈ, ਕੋਈ ਅਪੀਲ ਦਲੀਲ ਨਹੀਂ। ਸ਼ਹੀਦਾਂ ਦੇ ਚਰਨਾਂ 'ਚ ਰੋਜ਼ ਅਰਦਾਸ ਹੋ ਰਹੀ ਹੈ ਵੀ ਸ਼ਹੀਦੋ ਸਿੰਘੋ ਕੋਈ ਕਲਾ ਵਰਤਾਓ, ਜ਼ਿਮੀਂਦਾਰਾਂ ਨੂੰ ਕਾਮਯਾਬੀ ਤੇ ਤਰੱਕੀ ਬਖਸ਼ੋ। ਇਹ ਕਾਲੇ ਕਾਨੂੰਨ ਰੱਦ ਹੋਣ ਤੇ ਜ਼ਿਮੀਂਦਾਰ ਆਪਣੇ ਘਰਾਂ ਨੂੰ ਸੁਖੀ ਸਾਂਦੀ ਮੁੜਨ। ਸਤਿਗੁਰੂ ਮਿਹਰਾਮਤ ਵਰਤੋਣਗੇ, ਕਲਾ ਤੇ ਵਰਤੋਣਗੇ। 181 ਜਿਹੜੇ ਸਿੰਘ ਸ਼ਹੀਦ ਹੋ ਗਏ, ਉਹ ਸ਼ਹੀਦਾਂ ਦੀ ਕੁਰਬਾਨੀ ਵਿਅਰਥ ਤਾਂ ਨਹੀਂ ਜੇ ਜਾਣ ਲੱਗੀ। ਇਹ ਚੇਤਾ ਰੱਖਿਓ। ਤੇ ਕਾਲੇ ਕਾਨੂੰਨ ਦਾ ਜਦੋਂ ਵੀ ਅੱਜ ਤੱਕ ਦੀ ਹਿਸਟਰੀ ਲਿਖੀ ਜਾਣੀ ਆ ਨਾ, ਤੇ ਪ੍ਰਾਈਮ ਮਿਨਿਸਟਰ ਮੋਦੀ ਦਾ ਨਾਮ ਵੀ ਵਜੀਦੇ ਦੇ ਨਾਂ ਦੇ ਨਾਲ ਤੁਲਨਾ ਦੇ ਕੇ ਲਿਖਿਆ ਜਾਣਾ ਹੈ। ਵਜੀਦੇ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਰਹਿਣਾ ਉਹਦਾ ਵੀ ਕੁਝ ਨਹੀਂ ਆ। ਇਸ ਵਾਸਤੇ ਨਰ ਅਚੇਤ ਪਾਪ ਤੇ ਡਰਲੇ, ਅਚਨਚੇਤ ਪਾਪ ਤੋਂ ਡਰ। 181 ਨੌਜਵਾਨ ਗੱਭਰੂ ਸਾਡੇ ਕਿਸਾਨਾਂ ਦੇ, ਉਹ ਅੱਜ ਸ਼ਹੀਦੀਆਂ ਪ੍ਰਾਪਤ ਕਰ ਗਏ ਅਤੇ ਉਹਨਾਂ ਦੀ ਕੁਰਬਾਨੀ ਵਿਅਰਥ ਨਹੀਂ ਜੇ ਜਾਣ ਦੇਣਗੇ। ਬਾਬੇ ਸ਼ਹੀਦ ਬੈਠੇ ਨੇ ਇੱਥੇ, ਹਾਜ਼ਰ ਨਾਜ਼ਰ ਨੇ। ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ, ਮਾਂ ਗੁਜਰ ਕੌਰ ਹਾਜ਼ਰ ਨਾਜ਼ਰ ਹੀ ਬੈਠੇ ਨੇ ਇੱਥੇ। ਤੇ ਉਹ ਕਦੇ ਵੀ ਉਹਨਾਂ ਆਪਣੇ ਬੱਚਿਆਂ ਦੀ ਸ਼ਹੀਦੀ, ਉਹਨਾਂ ਦੀ ਕੁਰਬਾਨੀ ਵਿਅਰਥ ਨਹੀਂ ਜੇ ਜਾਣ ਦੇਣਗੇ। ਜੇ ਇਸੇ ਸਥਾਨ ਤੇ ਵਿਅਰਥ ਨਹੀਂ ਗਈ ਤੇ ਕਿਤੇ ਵੀ ਨਹੀਂ ਜੇ ਜਾਣ ਲੱਗੀ। ਇਨਕਲਾਬ ਆਵੇਗਾ ਤੇ ਇਹੋ ਜਿਹਾ ਇਨਕਲਾਬ ਆਉਣਾ, ਕਾਲੇ ਕਾਨੂੰਨ ਤਾਂ ਕਿ ਸਾਰਾ ਕੁਝ ਹੀ ਰੱਦ ਕਰਨਾ ਪੈਣਾ ਇਹਨਾਂ ਨੂੰ। ਕਾਲੇ ਕਾਨੂੰਨਾਂ ਦੇ ਨਾਲ ਜਿੰਨਾ ਚਿਰ ਰੱਦ ਕਰਦੇ ਨਹੀਂ ਤਾਂ ਹੁਣ ਹੈ ਵੀ ਜੱਟ ਕੌਮ। ਤਾਂ ਧੰਨਾ ਜੱਟ ਜਦੋਂ ਵਿਗੜ ਗਿਆ, ਰੱਬ ਨੂੰ ਵੀ ਕਹਿੰਦਾ ਆ ਜਾ ਹੁਣ ਹਾਜ਼ਰ ਹੋ ਜਾ। ਭਾਵੇਂ ਪੱਥਰ ਰੱਖ ਕੇ ਉਹ ਤਾਂ ਠੱਗੀ ਲਾ ਲਈ, ਗਾਈ ਦੇ ਕੇ ਕਪਲਾ ਗਊ, ਉੱਥੇ ਬੈਠਾ ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਬਹੁਤ ਮਨਾਵੇ। ਜਦੋਂ ਤਰਲਾ ਮਿੰਨਤ ਕੀਤਾ ਰੱਬ ਨੂੰ ਆਉਣਾ ਪਿਆ। ਇਹ ਉਹ ਕੌਮ ਦੇ ਬੈਠੇ ਆ, ਲੈ ਪਤਾ ਨਹੀਂ ਆ ਵੀ ਜੱਟ ਕੌਮ ਹੁੰਦੀ ਕੀ ਆ। ਇਹ ਜੇ ਪਿਆਰ 'ਚ ਆਵੇ ਤੇ ਮੁੜ ਕੇ ਸਭ ਕੁ ਕੁਰਬਾਨ ਕਰ ਦਿੰਦੀ ਆ। ਜੇ ਜੱਟ ਵਿਗੜ ਜਾਵੇ ਨਾ ਤੇ ਇਹਦੇ ਵਰਗਾ ਹੈ ਕੋਈ ਨਹੀਂ, ਅੜਿਕਲ ਕੋਈ ਨਹੀਂ ਅੱਜ ਤੱਕ। ਇਹ ਬੜੀ ਅੜਿਕਲ ਕੌਮ ਹੈ ਜੱਟਾਂ ਦੀ, ਜ਼ਿਮੀਂਦਾਰਾਂ ਦੀ। ਇਸ ਵਾਸਤੇ ਹੁਣ ਇਹ ਵਿਗੜੀ ਹੋਈ ਆ। 102 ਦਿਨਾਂ ਤੋਂ ਆਪਣੇ ਹੱਕ ਤਾਂ ਮੁੜਨ ਤੋਂ ਭਾਵੇਂ ਉਹ 5 ਸਾਲ ਬੈਠੇ ਰਹਿਣ, ਉਹ ਨਹੀਂ ਜੇ ਵਾਪਸ ਆਉਂਦੇ। ਸਰਕਾਰਾਂ 5 ਸਾਲ ਬਾਅਦ ਬਦਲ ਜਾਣਗੀਆਂ। ਕਾਲੇ ਕਾਨੂੰਨ ਤਾਂ ਰੱਦ ਕਰਨੇ ਹੀ ਪੈਣੇ ਆ ਹਰ ਹਾਲਤ ਵਿੱਚ। ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਜੇ ਹੁੰਦੇ, ਉਹਨਾਂ ਚਿਰ ਸਾਡੇ ਭਰਾ ਘਰਾਂ ਨੂੰ ਨਹੀਂ ਜੇ ਮੁੜਦੇ। ਸਾਡੇ ਬਜ਼ੁਰਗ ਮਾਤਾਵਾਂ ਭੈਣਾਂ ਉਹਨਾਂ ਚਿਰ ਆਪਣੇ ਘਰਾਂ ਤੋਂ ਨਹੀਂ ਜੇ ਮੁੜਦੇ। ਭਾਵੇਂ ਹਾੜੀ ਸੋਹਣੀ ਦੋਵੇਂ ਲੰਘ ਜਾਣ, ਭਾਵੇਂ 5 ਸਾਲ ਬੈਠਣਾ ਪਵੇ, ਜਿੰਨਾ ਚਿਰ ਮਰਜ਼ੀ ਬੈਠਣਾ ਪਵੇ, ਹੁਣ ਤੇ ਰੱਦ ਕਰਨਾ ਹੀ ਪਊਗਾ। ਜੱਟ ਦੇ ਜਦੋਂ ਆਪਣੀ ਆਈ ਤੇ ਆਇਆ, ਰੱਬ ਨੂੰ ਹੱਲ ਪਾਉਣਾ ਪੈ ਗਿਆ। ਜੱਟ ਜਦੋਂ ਆਪਣੀ ਆਈ ਤੇ ਆਇਆ ਤੇ ਰੱਬ ਨੂੰ ਖੇਤਾਂ ਦੇ ਵਿੱਚ ਪਾਣੀ ਬੌਲਦ ਪਾਉਣੇ, ਖੇਤ ਪਾਉਣੇ ਪੈ ਗਏ ਨੇ। ਇਹ ਤਾਂ ਰੱਬ ਨਾਲ ਵੀ ਜਦੋਂ ਆਪਣੀ ਆਈ ਤੇ ਆ ਜਾਵੇ ਮਨਾ ਲੈਂਦੇ। ਤੇ ਸਰਕਾਰ ਤੇ ਕਿਹੜੇ ਬਾਗ ਦੀਆਂ ਮੂਲੀਆਂ ਨੇ ਜੱਟਾਂ ਅੱਗੇ। ਇਸ ਵਾਸਤੇ ਹੁਣ ਰੱਦ ਕਰਨੇ ਹੀ ਪੈਣੇ ਆ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰੂ ਸਾਹਿਬ ਦਾ ਹੁਕਮ ਹੈ 10 ਸਰੂਪਾਂ ਵਿੱਚ ਮੈਂ ਵਰਤਾਂਗਾ, 11ਵਾਂ ਸਰੂਪ ਮੇਰਾ ਸ਼ਬਦ ਰੂਪ ਹੋਵੇਗਾ। ਹੁਣ ਖੋਤਾ ਉੱਥੇ ਦੱਬ ਕੇ ਜ਼ਿਮੀਂਦਾਰ ਕਹਿੰਦਾ ਕਿਹੜਾ ਨੱਕੇ ਮੋੜੇ ਬਈ, ਉਹਦੇ ਸਾਧ ਬਣ ਕੇ ਬਹਿ ਗਿਆ। ਸਾਧ ਬਣ ਕੇ ਜਦੋਂ ਬਹਿ ਗਿਆ, ਅੱਜ ਹੋਰ ਕੱਲ ਹੋਰ ਖੋਤਾ ਪੂਜਣ ਵਾਲਿਆਂ ਦੀ ਲਾਈਨਾਂ ਲੱਗਣ ਲੱਗ ਪਈਆਂ। ਸਾਲ ਬਾਅਦ ਉੱਥੇ ਮੇਲਾ ਭਰਿਆ ਪਿਆ ਖੋਤਾ ਪੂਜਣ ਵਾਲਿਆਂ ਦਾ। ਜੱਟ ਦਾ ਇੱਕ ਮਿੱਤਰ ਆ ਗਿਆ ਜ਼ਿਮੀਂਦਾਰ, ਉਹ ਕਹਿਣ ਲੱਗਾ, ਭਰਾਵਾ ਤੂੰ ਇੰਨੇ ਮਹਲ ਕਿਵੇਂ ਪਾ ਲਏ ਨੇ ਸਾਲ ਦੇ ਵਿੱਚ ਹੀ? ਕਹਿੰਦਾ ਭਰਾ ਤੈਨੂੰ ਪਤਾ ਸਾਡੇ ਕੋਲ ਖੋਤਾ ਹੁੰਦਾ ਹੀ? ਕਹਿੰਦਾ ਹਾਂ ਬਾ। ਕਹਿੰਦਾ ਖੋਤਾ, ਇਹ ਖੋਤੇ ਦੀ ਕਰਾਮਾਤ ਹੈ ਸਾਰੀ। ਕਹਿੰਦਾ ਖੋਤੇ ਦੀ ਕਰਾਮਾਤ ਮੈਨੂੰ ਸਮਝ ਕੁਝ ਨਹੀਂ ਆਈ। ਕਹਿੰਦਾ ਭਰਾਵਾ ਖੋਤਾ ਮਰ ਗਿਆ, ਜਿਉਂਦਿਆਂ ਤੇ ਸੇਵਾ ਕੀਤੀ, ਮਰਨ ਤੋਂ ਬਾਅਦ ਵੀ ਖੋਤਾ ਮੇਰੇ ਮਹਿਲ ਖੜਾ ਕਰ ਗਿਆ। ਕਹਿੰਦਾ ਮੈਨੂੰ ਸਮਝ ਨਹੀਂ। ਕਹਿੰਦਾ ਆ ਜਿਹੜੀ ਕਬਰ ਹੈ ਇੱਥੇ ਮੈਂ ਆਪਣਾ ਖੋਤਾ ਹੀ ਦੱਬਿਆ ਹੋਇਆ। ਆ ਜਿਹੜੇ ਕਬਰਾਂ ਤੇ ਦੀਵੇ ਬਾਲਣ ਆਉਂਦੇ ਪਏ ਨੇ, ਆ ਮੇਰਾ ਖੋਤਾ ਪੂਜਣ ਵਾਸਤੇ ਆਉਂਦੇ ਆ। ਮੈਂ ਇੱਥੇ ਖੋਤਾ ਦੱਬਿਆ ਤੇ ਲੋਕ ਇੱਕ ਦੇ ਮਗਰ ਦੂਜਾ, ਦੂਜੇ ਦੇ ਮਗਰ ਤੀਜਾ ਤੁਰਦਾ, ਇੱਕ ਦੇ ਮਗਰ 2 ਤੁਰਦੇ, 2 ਦੇ ਮਗਰ 4 ਤੁਰਦੇ।
ਚਾਰਾਂ ਮਗਰ ਹਜ਼ਾਰ ਹੀ ਲੱਗ ਪੈਂਦੇ ਆ। ਪਰਮਾਰਥ ਨਾ ਸੰਭਾਲ, ਦੇਖੋ ਜਗਤ ਕੀ ਮੂਰਤਾ, ਦੇਖੋ ਕਿੱਡੀ ਜਗਤ ਦੀ ਮੂਰਖਤਾਈ ਹੈ। ਪਰਮਾਰਥ ਨੂੰ ਛੱਡ ਕਰਕੇ ਤੇ ਉਹ ਖੋਤਾ ਪੂਜਣ ਲੱਗੇ, ਮੇਲਾ ਭਰਿਆ ਪਿਆ ਖੋਤੇ ਪੂਜਣ ਵਾਲਿਆਂ ਦਾ। ਆਹ ਹਾਲ ਹੈ। ਕੋਈ ਮਣੀਆਂ ਗੁੱਗਿਆਂ ਨੂੰ ਪੂਜਦਾ, ਮਾਈ ਦੁੱਧ ਲੈ ਕੇ ਗੁੱਗੇ ਦੇ ਉੱਥੇ ਖੁੱਡ ਤੇ ਚਲੀ ਗਈ। ਉਹ ਕਹਿੰਦਾ ਸੱਚਿਓ ਗੁੱਗਾ ਬਾਬਾ ਉਹਦੇ ਵਿੱਚ ਬੈਠਾ ਹੋਇਆ ਸੀਗਾ। ਮਾਈ ਨੇ ਜਦੋਂ ਦੁੱਧ ਪਾਇਆ, ਸੱਪ ਨੂੰ ਵਿਚਾਰੇ ਨੂੰ ਸਾਹ ਨਾ ਆਇਆ, ਫੁਨਕਾਰੇ ਮਾਰਦਾ ਬਾਹਰ ਨਿਕਲਿਆ ਵੀ ਕਿਹਨੇ ਦੁੱਧ ਪਾਤਾ ਮੇਰੇ ਖੁੱਡ ਵਿੱਚ। ਆ ਜਦੋਂ ਫੁਨਕਾਰੇ ਮਾਰਦਾ ਸੱਪ ਬਾਹਰ ਨਿਕਲਿਆ, ਮਾਈ ਡਾਂਡੇ ਵਿੰਡੇ 70-80 ਦੇ ਉੱਤੇ, ਗੜਵਾ ਕਿਤੇ, ਚੱਪਲਾਂ ਕਿਤੇ, ਘਰ ਤੱਕ ਭੱਜੀ ਆਈ। ਸੱਪ ਵੀ ਕਹਿੰਦਾ ਛੱਡਣਾ ਹੈ ਨਹੀਂ, ਤੂੰ ਮੇਰੇ 'ਚ ਦੁੱਧ ਕਿਵੇਂ ਪਾਇਆ ਆ ਕੇ। ਉਹ ਵੀ ਫੁਨਕਾਰੇ ਮਾਰਦਾ ਮਗਰ ਮਗਰ ਮਾਈ ਦੇ ਘਰੇ ਆ ਕੇ ਕਹਿੰਦੇ ਉਹ ਨਿਆਣਿਓ ਕਿੱਥੇ ਹੋ ਤੁਸੀਂ। ਗੁੱਗਾ ਪ੍ਰਗਟ ਹੋ ਗਿਆ ਜੀ। ਕਹਿੰਦੇ ਮਾਤਾ ਚੰਗਾ ਹੀ ਹੋਇਆ ਨਾ, ਰੋਜ਼ ਤੂੰ ਪੂਜਾ ਕਰਦੀ ਆ ਗੁੱਗੇ ਦੀ, ਤੇ ਹੁਣ ਗੁੱਗਾ ਪ੍ਰਗਟ ਹੋ ਗਿਆ ਤੇ ਚੰਗਾ ਹੀ ਹੋਇਆ। ਨਹੀਂ ਕਹਿੰਦੇ ਮੇਰੇ ਮਗਰੇ ਪੈ ਗਿਆ ਜੀ ਗੁੱਗਾ, ਲਿਆਓ ਡਾਂਗਾ, ਕੁੱਟ ਕੁੱਟ ਕੇ ਸੱਪ ਮਾਰਤਾ ਉੱਥੇ। ਫਿਰ ਪੂਜਾ ਕਾਹਦੇ ਵਾਸਤੇ ਕਰਦੇ ਜੇ ਉਹ ਪ੍ਰਗਟ ਹੀ ਹੋ ਜੇ। ਜਿਹਦੀ ਪੂਜਾ ਕਰੋ ਪ੍ਰਗਟ ਹੀ ਹੋਊ। ਹੁਣ ਸੱਪ ਦੀ ਪੂਜਾ ਕਰਨ ਵਾਲਿਓ, ਜਦੋਂ ਸੱਪ ਪ੍ਰਗਟ ਹੋ ਗਿਆ ਡਾਂਗਾ ਕਾਹਦੇ ਵਾਸਤੇ ਚੱਕਦੇ। ਮਾਈ ਦਾ ਉੱਪਰਲਾ ਸਾਹ ਉੱਪਰ ਤੇ ਥੱਲਾ ਥੱਲੇ, ਸਾਹ ਨਾ ਆਵੇ ਤੇ ਮੁੜ ਕੇ ਜਦੋਂ ਮਰ ਗਿਆ ਤੇ ਸਿਰੀ ਤਾਂ ਭਾਂਤੀ। ਕਹਿੰਦੇ ਮਾਈ ਲੈ ਸਿਰੀ ਭਾਂਤੀ ਗੁੱਗੇ ਦੀ। ਕਹਿੰਦੀ ਪੁੱਤ ਲੈ ਵਿਚਕਾਰ ਵੀ ਮਾਰੋ, ਵਿਚਕਾਰੋਂ ਹਿੱਲੀ ਜਾਂਦਾ। ਹੁਣ ਮੂੰਹ ਨਹੀਂ ਆ ਤੇ ਵਿਚਕਾਰੋਂ ਹਿੱਲੀ ਜਾਂਦਾ, ਉਹਨੇ ਕਿਹੜਾ ਡੰਗ ਮਾਰ ਲੈਣੀ ਆ ਤੈਨੂੰ। ਫਿਰ ਪੂਜਾ ਕਾਹਦੇ ਵਾਸਤੇ ਕਰਦੀ ਹੈ ਵੀ। ਇਹੋ ਜਿਹੇ ਲੋਕ ਜਿਹੜੇ ਹਨ ਰਾਤ ਤੋਂ ਕੁਰਾਹੇ ਪਏ ਹੋਏ ਨੇ। ਕੋਈ ਮਣੀਆਂ ਮਸਾਣਾ ਕਬਰਾਂ ਵੱਲ ਨੂੰ ਜਾਂਦਾ, ਕੋਈ ਦੰਬੀਆਂ ਪਖੰਡੀਆਂ, ਕੋਈ ਧਾਗੇ ਤਬੀਜਾਲ, ਬਥੇਰੀਆਂ ਬੰਨੀਆਂ ਫਿਰਦੇ, ਗੁੱਠਾਂ ਨਾਲ ਧਾਗੇ ਬੰਨੀ ਫਿਰਦੇ ਆ, ਬਥੇਰੇ ਭੱਜੇ ਫਿਰਦੇ ਆ। ਜਦ ਕਿ ਗੁਰੂ ਦਾ ਹੁਕਮ ਹੈ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਕਾਹਦੇ ਵਾਸਤੇ ਭਾਈ ਇਹ ਕੁਝ ਕਰਦੇ ਫਿਰਦੇ ਆ। ਕੋਈ ਆ ਨਦੀਆਂ 'ਚ ਦੀਵੇ ਬਾਲ ਬਾਲ ਤਾਰ ਹੀ ਫਿਰਦਾ ਹੈ ਵੀ ਆ ਦੀਵੇ ਬਾਲ ਕੇ ਨਦੀਆਂ, ਪਤਾ ਨਹੀਂ ਕੀ ਕੁਝ ਕਰੀ ਜਾਂਦੀ ਹੈ ਦੁਨੀਆ। ਗੁਰੂ ਗ੍ਰੰਥ ਜੀ ਮਾਨਿਓ ਹੁਕਮ ਹੈ ਗੁਰੂ ਜੀ ਦਾ। ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਭਾਣੇ ਦੇ ਵਿੱਚ ਰਹਿਣਾ ਹੈ। ਕਰੀ ਪਰਮੇਸ਼ਰ ਕੀ ਕੋ ਖੋਵੈ, ਤੇ ਜਿਹੜਾ ਪਰਮੇਸ਼ਰ ਨੇ ਕੀਤੀ ਉਹਨੂੰ ਨਹੀਂ ਕੋਈ ਵੀ ਗਵਾ ਸਕਦਾ। ਸੁਨ ਮਾਤਾ ਤੂਸ਼ਨ ਹੋਏ ਰਹੀ। ਸਿਫਾਰਸ਼ ਕਰਨ ਤੇ ਗਏ, ਮਾਤਾ ਵੀ ਚੁੱਪ ਕਰ ਗਏ ਵੀ ਮਹਾਰਾਜ ਤਾਂ ਹੋਰ ਨਾਰਾਜ਼ ਹੋ ਗਏ ਮਸੰਦਾਂ ਦੇ ਉੱਪਰ। ਤਿਤਕ ਬਾਰ ਮਹਿ ਸੁਤ ਸਨ ਕਹੀ, ਕੁਝ ਕੁ ਸਮੇਂ ਬਾਅਦ ਪੁੱਤਰ ਨੂੰ ਕਿਹਾ ਕਰਨ ਮੈਂ ਹੋਈ ਬੁਰੀ। ਮਾਤਾ ਜੀ ਕਹਿੰਦੇ ਮੈਂ ਚੰਗਾ ਮਸੰਦਾਂ ਦਾ ਭਲਾ ਕਰਨ ਵਾਸਤੇ ਆਏ, ਹੋਰ ਬੁਰਾ ਹੋ ਗਿਆ ਹੀ ਮਸੰਦਾਂ ਦਾ। ਸੁਨੋ ਪੁੱਤਰ ਹਿਰਦੇ ਰਿਸ਼ਤਾਰੀ, ਪੁੱਤਰ ਜੀ ਤੁਸੀਂ ਬਹੁਤ ਗੁੱਸਾ ਕੀਤਾ ਈ। ਦੇਨੋ ਥੋ ਬਰ ਦੀਨੋ ਸਰਾਪ, ਮਸੰਦਾਂ ਨੂੰ ਦੇਣਾ ਤੇ ਬਾਰਸੀ ਉਲਟਾ ਸ਼ਰਾਬ ਹੀ ਦੇ ਦਿੱਤਾ ਵੀ ਜਾੜੀ ਜਾਵੇਗੀ ਮਸੰਦਾਂ ਦੀ। ਜਿਵੇਂ ਚੰਦਨ ਕਸਤੇ ਹੋਏ ਤਾਪ, ਜਿਵੇਂ ਕਹਿੰਦੇ ਚੰਦਨ ਨੂੰ ਘਿਸਾਈਏ ਤੇ ਉਹਨੂੰ ਘਿਸਾਉਣ ਨਾਲ ਤੇ ਠੰਡ ਜਿਹੜੀ ਆ ਉਹ ਠੰਡ ਹੋ ਜਾਏ ਤੇ ਤਾਪ ਚਲਿਆ ਜਾਂਦਾ ਹੈ। ਸੁਤ ਕੋ ਦਾਵਾ ਕਰ ਮੈਂ ਮੈਂ ਤਾਂ ਪੁੱਤਰ ਦੇ ਦਾਵੇ ਨਾਲ ਆਈ ਸੀਗੀ। ਬਖਸ਼ੋ ਦੇਹੋ ਸਭ ਕੋ ਵਡਿਆਈ, ਬਖਸ਼ ਦੋ ਇਹਨਾਂ ਨੂੰ ਵਡਿਆਈ ਦੇ ਦੋ, ਇਹੀ ਕਹਿਣ ਆਈ ਸੀ। ਪਰ ਉਲਟਾ ਹੋਰ ਨਾਰਾਜ਼ਗੀ ਹੋ ਗਈ ਤੁਹਾਡੀ ਮਸੰਤਾਂ ਤੇ। ਸਿੱਖ ਸੇਵਕ ਤੁਮਰੋ ਪਰਵਾਰ, ਮਹਾਰਾਜ ਸੰਗਤਾਂ ਸਿੱਖ ਸੇਵਕ ਤੁਹਾਡਾ ਟੱਬਰ ਪਰਿਵਾਰ ਹਨ। ਕਹੀਐ ਜਿਸ ਪ੍ਰਾਪਤ ਸੁਖ ਭਾਰ, ਆਪ ਜਿਵੇਂ ਚਾਹੁੰਦੇ ਹੋ ਸੁਖ ਜਿਵੇਂ ਹੋਵੇ ਸੰਗਤ ਨੂੰ ਇਸ ਤਰ੍ਹਾਂ ਕਰੋ। ਗੁਰ ਬੋਲੇ ਸੁਨ ਮਾਤ ਮਹਾਹਿਤ, ਇਸ ਤਰ੍ਹਾਂ ਸੁਣ ਕੇ ਬੋਲੇ ਹਨ ਮਾਤਾ ਜੀ ਨੂੰ। ਕਰਹੁ ਖਾਲਸੇ ਕੋ ਤੁਮ ਸਾਬਤ, ਆਖਿਆ ਖਾਲਸਾ ਜਿਹੜਾ ਖਾਲਸੇ ਨੂੰ ਤੁਸੀਂ ਸਾਬਤ ਕਰੋ, ਭਾਵ ਮਜ਼ਬੂਤ ਕਾਇਮ ਕਰੋ ਖਾਲਸੇ ਨੂੰ। ਰਹਿਤ ਕਹਿਤ ਕੇ ਸਹਿਤ ਅਚਾਰੀ, ਰਹਿਤਾਂ ਦੇ ਸਮੇਤ ਆਚਰਣ ਜੀਵਨ ਦੇ ਸਮੇਤ ਤਿਆਰ ਬਰ ਤਿਆਰ ਹੋਵੇ ਖਾਲਸਾ। ਬੀਚ ਖਾਲਸੇ ਜੋਤ ਹਮਾਰੀ, ਤੇ ਖਾਲਸੇ ਦੇ ਵਿੱਚ ਸਾਡੀ ਜੋਤ ਹੈ। ਭਲੋ ਖਾਲਸਾ ਹੀ ਸਭ ਕਰ ਤੇ ਹੈ, ਖਾਲਸਾ ਹੀ ਸਭ ਦਾ ਭਲਾ ਕਰੇਗਾ। ਹੁਣ ਜਗਤ ਰਾਜ ਜਿਨ ਕੇ ਅਨੁਸਾਰ ਹੈ, ਸਾਰੇ ਜਗਤ ਦਾ ਰਾਜ ਮੇਰੇ ਖਾਲਸੇ ਦੇ ਅਨਸਾਰੀ ਹੈ ਮਾਤਾ ਜੀ। ਹਿਮ ਸੁਨ ਕਰ ਜਨਨੀ ਤਬ ਗਈ, ਇਸ ਤਰ੍ਹਾਂ ਸੁਣ ਕੇ ਮਾਤਾ ਜੀ ਚਲੇ ਗਏ। ਪਛਤਾਪ ਕਰਤ ਚਿਤ ਭਈ, ਕਹਿੰਦੇ ਮਸੰਦਾਂ ਦਾ ਭਲਾ ਕਰਾਉਣ ਗਈ, ਹੋਰ ਉਲਟਾ ਮਸੰਦਾਂ ਦਾ ਹੋ ਗਿਆ। ਚਿੱਤ ਪਛਤਾਪ ਕਰਨ ਲੱਗੇ। ਬੈਠੀ ਜਾਏ ਕਿਤਕ ਸਿਖਿਆਈ, ਬੈਠੇ ਨੇ ਕੁਝ ਕੁ ਸਿੱਖ ਮਾਤਾ ਜੀ ਕੋਲ ਆਏ। ਜਿਮ ਬੀਤੀ ਤਿਮ ਬਾਤ ਚਲਾ, ਸਾਰੀ ਗੱਲ ਜਿਹੜੀ ਆ ਦੱਸੀ ਆ ਜੋ ਬੀਤੀ ਸੀ। ਕਠਨ ਸੁਭਾਵ ਮਸੰਦਨ ਕਹਿਓ, ਆਖਿਆ ਇਹ
ਮਸੰਦਾਂ ਵਾਸਤੇ ਤੇ ਹੁਣ ਬਹੁਤਾ ਮਾੜਾ ਹੋ ਗਿਆ ਹੈ, ਬੜਾ ਕਠਨ ਬੜ ਨਾਰਾਜ਼ਗੀ ਹੈ ਮਹਾਰਾਜ ਦੀ। ਜਿਨ ਕੇ ਮੋਹ ਲੇਸ਼ ਨਹਿ ਲਹੇ ਮਸੰਦ ਅਹੁਦੇਦਾਰ ਗੱਦੀਦਾਰੀ ਵਿਗੜੇ ਤੇ ਹੁਣ ਮਹਾਰਾਜ ਨੇ ਤਿਆਗ ਦਿੱਤੇ, ਰੱਤਾ ਮਾਤਰ ਵੀ ਮੋਹ ਹੈ ਨਹੀਂ। ਕਰੈ ਬਚਨ ਸੋ ਜਾਤ ਨ ਖਾਲੀ ਜੋ ਬਚਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬਚਨ ਕਦੇ ਖਾਲੀ ਨਹੀਂ ਜੇ ਜਾਂਦਾ। ਤਤ ਛਿਨ ਫਲੈ ਸੁਖ ਕੇ ਦੁਖ ਨਾਲੀ ਦੁੱਖ ਦੇ ਸਮੇਤ ਹੋਵੇ ਸੁੱਖ ਦੇ ਸਮੇਤ ਹੋਵੇ, ਫਲ ਦਾ ਜ਼ਰੂਰ ਹੈ ਮਹਾਰਾਜ ਦੇ ਮੁਖ ਤੋਂ ਨਿਕਲਿਆ ਬਚਨ। ਵਿਪਰੈ ਕਹਿ ਸਕਤ ਕਿਛ ਮਾਰ ਕੋਈ ਮਹਾਰਾਜ ਦੇ ਉਲਟ ਗੱਲ ਕਵੇ ਇੰਨੀ ਤਾਕਤ ਕਿਹਦੇ ਵਿੱਚ ਹੈ। ਬੋਲੇ ਸਮੁਖ ਅਦਕ ਡਰ ਪਾਹੀ ਸਾਹਮਣੇ ਬੋਲਣ ਤੋਂ ਸਾਰੇ ਘਬਰਾਉਂਦੇ ਡਰਦੇ ਹਨ, ਇੰਨਾ ਤੇਜ ਪ੍ਰਤਾਪ ਹੈ ਗੁਰੂ ਜੀ ਦਾ। ਕਹਿਬੇ ਕੋ ਤੁਮ ਉਚਤ ਵਿਸਾਲੇ ਤੇ ਤੁਸੀਂ ਜਿਹੜਾ ਹੈ ਕਹਿਣ ਵਾਸਤੇ ਗਏ ਸੀ ਮਸੰਦਾਂ ਦੇ, ਤਉ ਸਰਾਪ ਭਾਰੇ ਦੇ ਕੋ ਡਾਲੇ ਪਰ ਮਸੰਦ ਉਲਟੇ ਹੋਰ ਸਰਾਪੇ ਗਏ ਨੇ। ਤੁਸੀਂ ਭਲਾ ਕਰਨ ਗਏ, ਉਲਟਾ ਹੋਰ ਹੀ ਮਸੰਦਾਂ ਦਾ ਬੁਰਾ ਹੋ ਗਿਆ। ਇਹ ਤੇ ਆਦ ਕੇ ਬਚਨ ਕਥਾ ਆਪਾਂ ਸਰਵਣ ਕੀਤੀ ਆ, ਨਿਯਤ ਕੀਤਾ ਹੋਇਆ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਗੁਰੂ ਸਾਹਿਬ ਜਿਵੇਂ ਰਹਿਮਤਾਂ ਬਖਸ਼ਿਸ਼ਾਂ ਵਰਤਾਉਣਗੇ। 6ਵੀਂ ਰੁੱਤ ਪ੍ਰਾਰੰਭ ਹੋਈ ਆ ਤੇ ਸਤਿਗੁਰੂ ਮਹਾਰਾਜ ਕਿਰਪਾ ਰਹਿਮਤ ਬਖਸ਼ਿਸ਼ ਕਰਨ ਜੀ। ਭੁੱਲਾਂ ਗਲਤੀਆਂ ਦੀ ਖਿਮਾ। ਅੱਗੇ ਤੋਂ ਗੁਰੂ ਸਾਹਿਬ ਜੀ ਅਮਰ ਸ਼ਹੀਦ ਮਾਤਾ ਗੁਜਰ ਕੌਰ ਸਾਹਿਬ, ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਆਤਮ ਗਿਆਨ ਬ੍ਰਹਮ ਗਿਆਨ ਸਮੇਤ ਗੁਰਸਿੱਖੀ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਬਖਸ਼ਣ ਜੀ। ਆਪ ਸੰਗਤਾਂ ਨੇ ਅਸੀਸ ਦੇਣੀ। ਵਿਪਰੈ ਕਹਿ ਸਕਤ ਕਿਸ ਮਾਹੀ ਬੋਲੇ ਸਮੁਖ ਅਦਕ ਡਰ ਪਾਹੀ ਕਹਿਬੇ ਕੋ ਤਮ ਉਚਿਤ ਵਿਸਾਲੇ ਤਉ ਸਰਾਪ ਪਾਰ ਦੇ ਕੁਢਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਹੈ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀਜੈ ਨਾਮਦਾਨ ਰਾਖੋ ਹੀਆ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਏਕ ਅਖਰ ਹਰ ਮਨ ਬਸਤ ਬਹੁਤ ਨਿਹਾਲ ਏਕ ਅਖਰ ਹਰ ਮਨ ਬਸਤ ਬਹੁਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।